ਆਨੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿ ਸਤਿ ਇੱਕ ਓੰਕਾਰ ਸਿਵਾਇ ਕੀ ਫਤਿਹ। ਅਤਿ ਲੈਣ ਬੈਠੇ ਤੇ ਇਸ਼ਟ ਦੇ ਗੁਰੂ ਦਇਆ ਕੀ ਭਈ ਉਦਮ ਦਇਆ ਪ੍ਰਸਾਦ ਚਰਿਓ ਧਰਮ ਪੂਰਨ ਕੀਓ ਪੂਰਨ ਪ੍ਰਭੂ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਸਮਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ। ਲੜੀਵਾਰ ਰੂਪ ਦੇ ਵਿੱਚ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਜਿੱਥੇ ਅੰਮ੍ਰਿਤ ਵੇਲੇ ਧੁਰ ਕੀ ਬਾਣੀ ਦੀ ਕਥਾ ਦਾ ਪ੍ਰਵਾਹ ਚੱਲਦਾ ਹੈ, ਸਾਰਾ ਦਿਨ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਉਥੇ ਇਸ ਸਮੇਂ ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਦਾ ਪ੍ਰਵਾਹ ਚੱਲਦਾ ਹੈ ਔਰ ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ ਪਿੱਛੇ ਜਿਵੇਂ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਇਤਿਹਾਸ ਵਰਣਨ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜੋ ਗੁਰਮੁਖ ਪਿਆਰੇ ਗੁਰੂ ਕੇ ਪਿਆਰੇ ਸਿੰਘ ਇਸ ਇਤਿਹਾਸਕ ਗ੍ਰੰਥ ਦੇ ਕਰਤਾ ਹਨ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਭਾਈ ਸਾਹਿਬ ਜੀ ਨੇ ਦਸ਼ਮੇਸ਼ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਜਬਰਨਾਮਾ ਲਿਖਣ ਤੱਕ ਦਾ ਪਿੱਛੇ ਕਥਨ ਕੀਤਾ ਹੈ। 6ਵੀਂ ਰੁੱਤ ਦੀ ਸਮਾਪਤੀ ਕੀਤੀ ਹੈ। 6 ਰੁੱਤਾਂ ਦੇ ਵਿੱਚ ਦਸਮ ਪਾਤਸ਼ਾਹ ਜੀ ਦਾ ਇਤਿਹਾਸ ਵਰਣਨ ਕੀਤਾ। ਜਿਵੇਂ ਪਿਆਰੇ ਦਇਆ ਸਿੰਘ ਜੀ ਮਾਲਵੇ ਦੇ ਇਲਾਕੇ ਦੀਨੇ ਨਗਰ ਦੇ ਵਿੱਚੋਂ ਸਤਿਗੁਰੂ ਜੀ ਦੇ ਭੇਜੇ ਹੋਏ ਜਬਰਨਾਮਾ ਲੈ ਕਰਕੇ ਦੱਖਣ ਦੇ ਵਿੱਚ ਜਾਂਦੇ ਹਨ, ਅਹਿਮਦ ਨਗਰ ਦੇ ਵਿੱਚ ਪਹੁੰਚੇ ਹਨ। ਉੱਥੋਂ ਦੀਆਂ ਸੰਗਤਾਂ ਨੂੰ ਭਾਈ ਜੇਠਾ ਸਿੰਘ ਜੀ ਦੇ ਘਰ ਦੇ ਵਿੱਚ ਇਕੱਤਰ ਕੀਤਾ ਹੈ। ਇੱਥੋਂ ਦੀ ਇਤਿਹਾਸ ਆਪਾਂ ਪਿੱਛੇ ਸਾਧ ਸੰਗਤ ਜੀ ਸਰਵਣ ਕੀਤਾ ਹੈ। ਉਹਦੇ ਨਾਲ ਹੀ 6ਵੀਂ ਰੁੱਤ ਦੀ ਸਮਾਪਤੀ ਕੀਤੀ ਭਾਈ ਸਾਹਿਬ ਜੀ ਔਰ 6ਵੀਂ ਰੁੱਤ ਦੀ ਸਮਾਪਤੀ ਦੇ ਨਾਲ
ਅੱਗੇ ਭਾਈ ਸਾਹਿਬ ਜੀ ਨੇ 2 ਐਨ ਕਥਨ ਕੀਤੇ ਹਨ ਤੇ ਉਹਨਾਂ ਦੋਹਾਂ ਐਨਾਂ ਦੇ ਵਿੱਚੋਂ ਜਿਹੜਾ ਪਹਿਲਾ ਐਨ ਹੈ ਦਖਣਾਇਨ, ਉਹਦਾ ਆਰੰਭ ਕਰਦੇ ਹਨ। ਆਰੰਭ ਕਰਦੇ ਹੋਇਆ ਪਹਿਲਾ ਮੰਗਲ ਕਰਦੇ, ਜਿੱਥੇ ਆਪਣੀ ਰਚਨਾ ਦੇ ਮੰਗਲ ਉਹਨਾਂ ਨੇ ਕੀਤੇ ਹਨ, ਉੱਥੇ ਸਭ ਤੋਂ ਪਹਿਲਾਂ ਜਿਹੜੇ ਮੰਗਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਆਏ ਹੋਏ ਔਰ ਦਸਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਏ ਹੋਏ ਹਨ, ਉਹਨਾਂ ਨੂੰ ਭਾਈ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਆਪਣੇ ਗ੍ਰੰਥ ਵਿੱਚ ਲਿਖਦੇ ਹਨ। ਇੱਥੇ ਇਸ ਐਣ ਦੀ ਆਰੰਭਤਾ ਦੇ ਉੱਤੇ ਜਿਵੇਂ ਭਾਈ ਸਾਹਿਬ ਜੀ ਮੰਗਲ ਕਰਦੇ ਹਨ ਔਰ ਫਿਰ ਗੁਰੂ ਸਾਹਿਬਾਂ ਦਾ ਜਸ ਕਰਕੇ ਫਿਰ ਅਗਲਾ ਇਤਿਹਾਸ ਆਰੰਭ ਕਰਨਗੇ। ਦੀਨੇ ਤੋਂ ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰਦਿਆਂ ਹੋਇਆਂ ਉਚਾਰਨ ਕਰੀਏ ਜੀ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਸਾਧ। ਇਹ ਪਾਵਨ ਮੰਗਲ ਸਾਧ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਆਇਆ ਔਰ ਸਤਿਗੁਰਾਂ ਨੇ ਸੈਂਕੜੇ ਵਾਰੀ ਇਹ ਪਵਿੱਤਰ ਮੰਗਲ ਉਚਾਰਨ ਕੀਤਾ। ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਜੋ ਇੱਕ ਹੈ ਪ੍ਰਭੂ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਓੰਕਾਰ ਹੈ। ਸਾਰਿਆਂ ਦਾ ਪ੍ਰਕਾਸ਼ਕ ਕਿਵੇਂ ਹੋਇਆ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਉਸ ਇੱਕ ਦੀ ਜੋਤ ਵਿਆਪਕ ਹੈ। ਇੱਕ ਦੀ ਜੋਤ, ਸੂਰਜ ਦੇ ਵਿੱਚ ਵੀ ਉਸ ਪ੍ਰਭੂ ਦਾ ਹੀ ਪ੍ਰਕਾਸ਼ ਹੈ, ਚੰਦਰਮਾ ਦੇ ਵਿੱਚ ਵੀ, ਤਾਰਿਆਂ ਸਿਤਾਰਿਆਂ ਦੇ ਵਿੱਚ ਵੀ, ਔਰ ਜਿੰਨੇ ਵੀ ਜੀਵ ਜੰਤੂ ਉਸਨੇ ਪੈਦਾ ਕੀਤੇ ਹਨ, ਇੱਕ ਨਿੱਕੇ ਜਿਹੇ ਕਣ ਤੋਂ ਲੈ ਕੇ ਇੱਕ ਬੂੰਦ ਤੋਂ ਲੈ ਕੇ ਸਭ ਸਾਗਰਾਂ ਤੱਕ 84 ਲੱਖ ਜੂਨਾਂ, ਸਾਰੀ ਸ੍ਰਿਸ਼ਟੀ ਸਮਗਰ ਰਚਨਾ ਦੇ ਵਿੱਚ ਉਹਦਾ ਪ੍ਰਕਾਸ਼ਕ ਹੈ। ਪ੍ਰਕਾਸ਼ ਹੈ। ਉਹ ਪ੍ਰਕਾਸ਼ ਕਿਸ ਤਰ੍ਹਾਂ ਹੈ? ਜੋ ਮਹਾਰਾਜ ਨੇ ਆਖਿਆ ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਭ ਮਹਿ ਚਾਨਣ ਹੋ। ਉਸ ਪ੍ਰਭੂ ਜੀ ਦੇ ਪ੍ਰਕਾਸ਼ ਕਰਕੇ, ਉਹਦੇ ਜੋਤ ਦੇ ਚਾਨਣੇ ਕਰਕੇ ਸਾਰਿਆਂ ਦੇ ਵਿੱਚ ਚਾਨਣਾ ਹੋ ਰਿਹਾ। ਉਹ ਕਿਵੇਂ ਹੋ ਰਿਹਾ? ਅਸੀਂ ਕਿਵੇਂ ਵੇਖੀਏ ਵੀ ਕਿਵੇਂ ਚਾਨਣਾ ਹੋ ਰਿਹਾ? ਸਾਡੀਆਂ ਅੱਖਾਂ ਵੇਖ ਰਹੀਆਂ, ਇਹ ਉਸੇ ਦਾ ਹੀ ਪ੍ਰਕਾਸ਼ ਹੈ। ਸਾਡੇ ਕੰਨ ਸੁਣ ਰਹੇ ਹਨ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਭ ਮਹਿ ਚਾਨਣ ਹੋਏ। ਓੰਕਾਰ ਸਾਰਿਆਂ ਦਾ ਪ੍ਰਕਾਸ਼ ਕੋਈ ਇਸ ਤਰ੍ਹਾਂ, ਸਾਡੇ ਕੰਨ ਸੁਣ ਰਹੇ ਹਨ, ਸਾਡੀ ਰਸਨਾ ਬੋਲ ਰਹੀ ਹੈ, ਇਹ ਉਹਦਾ ਹੀ ਪ੍ਰਕਾਸ਼ ਹੋ ਰਿਹਾ। ਜੇ ਉਹਦੀ ਜੋਤ ਅੰਦਰ ਨਹੀਂ ਨਾ ਤੇ ਫਿਰ ਨਾ ਅੱਖਾਂ ਵੇਖ ਸਕਦੀਆਂ, ਨਾ ਕੰਨ ਸੁਣ ਸਕਦੇ ਆ, ਤੇ ਨਾ ਰਸਨਾ ਬੋਲ ਸਕਦੀ ਆ, ਤੇ ਨਾ ਨਾਸਿਕਾ ਸੁੰਘ ਸਕਦੀਆਂ, ਨਾ ਹੱਥ ਹਿੱਲ ਸਕਦੇ ਆ, ਤੇ ਨਾ ਪੈਰ ਚੱਲ ਸਕਦੇ, ਤੇ ਨਾ ਚਮੜੀ ਦੇ ਉੱਤੇ ਕੋਈ ਸਪਰਸ਼ ਕੀਤੇ ਦਾ ਹੀ ਕੋਈ ਅਸਰ ਹੋ ਸਕਦਾ। ਸਾਡੀ ਬੁੱਧੀ ਜੋ ਨਿਰਣਾ ਕਰਦੀ ਹੈ ਸਤ ਅਸਤ ਦਾ, ਵਿਚਾਰ ਕਰਦੀ ਹੈ, ਔਰ ਸਾਡਾ ਮਨ ਜੋ ਫੁਰਨੇ ਉਠਾਉਂਦਾ ਹੈ, ਸਾਡਾ ਚਿੱਤ ਜੋ ਚਿਤਵਣੀ ਕਰਦਾ ਹੈ, ਇਹ ਸਾਰਾ ਕੁਝ ਉਸ ਵਾਹਿਗੁਰੂ ਸਰਬ ਸ੍ਰਿਸ਼ਟੀ ਦੇ ਪ੍ਰਕਾਸ਼ਨਹਾਰ ਦੇ ਪ੍ਰਕਾਸ਼ ਦੇ ਨਾਲ ਹੀ ਹੋ ਰਿਹਾ। ਤਾਂ ਮਹਾਰਾਜ ਕਹਿੰਦੇ ਜੋ ਇੱਕ ਹੈ ਨਾ ਵਾਹਿਗੁਰੂ, ਉਹ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਾਰਿਆਂ ਵਿੱਚ ਉਸ ਪ੍ਰਭੂ ਦਾ ਪ੍ਰਕਾਸ਼ ਹੈ। ਇਸ ਕਰਕੇ ਗੁਰੂ ਜੀ ਨੇ ਆਖਿਆ ਕਿ ਅਸੀਂ ਸੂਰਜ ਦੀ ਪੂਜਾ ਨਹੀਂ ਕਰਦੇ ਹਾਂ, ਅਸੀਂ ਚੰਦਰਮਾ ਦੀ ਪੂਜਾ ਨਹੀਂ ਕਰਦੇ ਹਾਂ, ਅਸੀਂ ਉਸ ਨੂੰ ਨਮਸਕਾਰ ਕਰਦੇ ਹਾਂ ਜਿਹਨੇ ਕਰੋੜਾਂ ਸੂਰਜ ਪੈਦਾ ਕੀਤੇ, ਕਰੋੜਾਂ ਚੰਦਰਮਾ ਪੈਦਾ ਕੀਤੇ, ਅਤੇ ਅਸੀਂ ਸੂਰਜ ਤੇ ਚੰਦ ਨੂੰ ਮਾੜਾ ਵੀ ਨਹੀਂ ਕਹਿੰਦੇ ਹਾਂ। ਨਾ ਪੂਜਾ ਕੀਤੀ ਜਾਂਦੀ ਹੈ, ਨਾ ਉਹਦੀ ਨਿੰਦਿਆ ਕੀਤੀ ਜਾਂਦੀ ਹੈ, ਕਿਉਂਕਿ ਕਰਤੇ ਦੀ ਕਿਰਤ ਹੈ।
ਨਿੰਦਣਾ ਕਾਹਦੇ ਵਾਸਤੇ? ਕਰਤੇ ਨੇ ਪੈਦਾ ਕੀਤਾ, ਉਹਦੀ ਸਾਰੀ ਰਚਨਾ ਹੈ। ਇਸ ਕਰਕੇ ਗਰੀਬ ਨਵਾਜ ਕਹਿੰਦੇ ਅਸੀਂ ਸਾਰਿਆਂ ਨੂੰ ਪ੍ਰਕਾਸ਼ਨਹਾਰ ਜਿਹੜਾ ਪਰਮੇਸ਼ਰ ਹੈ ਉਹਨੂੰ ਨਮਸਕਾਰ ਕਰਦੇ ਹਾਂ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਜਿਹੜਾ ਰਾਜਿਆਂ ਦਾ ਰਾਜਾ, ਇੰਦਰਾਂ ਨੂੰ ਵੀ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਇੰਦਰ ਹੈ ਤੇ ਸੂਰਜਾਂ ਦਾ ਸੂਰਜ ਹੈ। ਐਸਾ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ, ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਤੇ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਵਾਹਿਗੁਰੂ ਜੀ ਦੀ ਸਮਝ ਆਉਂਦੀ ਹੈ। ਜੇ ਕਿਸੇ ਨੂੰ ਸਮਝ ਆਉਂਦੀ ਹੈ, ਉਹ ਪੂਰੇ ਗੁਰੂ ਦੀ ਸ਼ਰਨ ਪੈਣ ਵਾਲੇ ਨੂੰ ਹੀ ਆਉਂਦੀ ਹੈ। ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦਾ ਜਦੋਂ ਕੋਈ ਪਾਤਰ ਬਣਦਾ ਹੈ ਨਾ, ਫਿਰ ਉਹ ਇੱਕ ਓੰਕਾਰ ਨਾਲ ਜੁੜਦਾ। ਇਸ ਕਰਕੇ ਗਰੀਬ ਨਵਾਜ ਨੇ ਆਖਿਆ ਸੱਚੇ ਗੁਰੂ ਦੀ ਲੋੜ ਹੈ, ਪੂਰੇ ਗੁਰੂ ਦੀ ਲੋੜ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਰਸਨਾ ਤੋਂ ਫਰਮਾਇਆ ਕਿ ਕੱਚੇ ਗੁਰੂ ਤੋਂ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਕਾਚੇ ਗੁਰ ਤੇ ਮੁਕਤ ਨਾ ਹੋਵੇ। ਕੱਚੇ ਗੁਰੂ ਤੋਂ ਮੁਕਤੀ ਨਹੀਂ ਮਿਲ ਸਕਦੀ, ਕੱਚਾ ਗੁਰੂ ਬੰਧਨ ਨਹੀਂ ਕੱਟ ਸਕਦਾ। ਇਸ ਕਰਕੇ ਵਾਰ-ਵਾਰ ਗੁਰੂ ਕੀ ਬਾਣੀ ਦੇ ਵਿੱਚ ਇਹ ਬਚਨ ਫਰਮਾਏ, ਪੂਰੇ ਗੁਰ ਕਾ ਸੁਣਿ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹੁ ਗੋਬਿੰਦ, ਮਣਿ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਲ ਮਨ ਮੰਗ, ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਜਦੋਂ ਪੂਰੇ ਗੁਰੂ ਨੂੰ ਨਮਸਕਾਰ ਕੀਤੀ, ਫਿਰ ਹਰ ਧਨ ਦੇ ਭੰਡਾਰੇ ਭਰੇ, ਫਿਰ ਵਾਹਿਗੁਰੂ ਜੀ ਦੀ ਸੋਝੀ ਪ੍ਰਾਪਤ ਹੋਵੇਗੀ, ਫਿਰ ਪ੍ਰਭੂ ਜੀ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਗੁਰਬਾਣੀ 'ਚ ਵਾਰ-ਵਾਰ ਪੂਰੇ ਗੁਰੂ ਇਹ ਪਦ ਵਰਤਿਆ ਮਹਾਰਾਜ। ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਜੋ ਇੱਕ ਹੈ, ਸਰਬ ਵਿਆਪਕ ਹੈ, ਓੰਕਾਰ ਸਾਰੀ ਸ੍ਰਿਸ਼ਟੀ ਦੀ ਰਚਨਾ ਪਾਲਣਾ ਲੈਤਾ ਕਰਨ ਵਾਲਾ ਹੈ। ਸੱਚੇ ਗੁਰੂ ਦੀ ਕਿਰਪਾ ਨਾਲ ਉਸ ਦੀ ਸਮਝ ਪੈਂਦੀ ਹੈ, ਉਹਦੀ ਸੋਝੀ ਆਉਂਦੀ ਹੈ, ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਇੱਕ ਓੰਕਾਰ। ਅੱਗੇ ਮਹਾਰਾਜ ਸਾਹਿਬ ਜੀ ਦੂਸਰਾ ਮੰਗਲ, ਇਹ ਕਲਗੀਧਰ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਕਵੀ ਭਾਈ ਸੰਤੋਖ ਸਿੰਘ ਜੀ ਆਰੰਭ ਵਿੱਚ ਲਿਖਦੇ। ਪਹਿਲਾ ਜੋ ਸਤਿਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਮੰਗਲ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਅੰਕਿਤ ਹੈ। ਤੇ ਅਗਲਾ ਜੋ ਮੰਗਲ ਹੈ ਕਿ ਵਾਹਿਗੁਰੂ ਇੱਕ ਹੈ, ਓੰਕਾਰ ਉਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ, ਅੰਗ ਪੱਖ ਪਾਲਣਾ ਕਰਨ ਵਾਲਾ ਤੇ ਕਾਰ ਲੈਦਾ ਕਰਨ ਵਾਲਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਹ ਸ੍ਰੀ ਸੋਭਾ ਵਾਲਾ ਹੈ, ਉਸ ਸੋਭਾ ਵਾਲੇ ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਦੀ ਫਤਿਹ ਹੈ, ਉਹਦੀ ਫਤਿਹ ਹੈ। ਫਤਿਹ ਨਾਮ ਹੈ ਜਿੱਤ ਦਾ, ਸਾਧ ਸੰਗਤ ਜਿੱਤ ਦਾ, ਕਿਉਂ ਵਾਹਿਗੁਰੂ ਜੀ ਦੀ ਹਮੇਸ਼ਾ ਫਤਿਹ ਹੈ, ਹਮੇਸ਼ਾ ਜਿੱਤ ਹੈ। ਉਹ ਪਰਮੇਸ਼ਰ ਦੀ ਕਦੀ ਹਾਰ ਨਹੀਂ ਹੁੰਦੀ ਹੈ, ਉਹਦੀ ਸਦਾ ਹੀ ਜਿੱਤ ਹੈ। ਇਸ ਕਰਕੇ ਫਤਿਹ ਕਿਸ ਨੇ ਬਖਸ਼ਿਸ਼ ਕੀਤੀ ਸਾਨੂੰ? ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗਰੀਬ ਨਵਾਜ ਸਾਹਿਬ ਜੀ ਨੇ ਫਤਿਹ ਬਖਸ਼ੀ ਹੈ। ਤੇ ਫਤਿਹ ਹੈ ਵਾਹਿਗੁਰੂ ਜੀ ਦੀ, ਵਾਹਿਗੁਰੂ ਦੀ ਹਮੇਸ਼ਾ ਜਿੱਤ ਹੈ, ਤੇ ਖਾਲਸਾ ਹੈ ਵਾਹਿਗੁਰੂ ਜੀ ਦਾ। ਇਸ ਕਰਕੇ ਗਰੀਬ ਨਵਾਜ ਨੇ ਆਖਿਆ ਜਦੋਂ ਸਿੰਘਾਂ ਨੇ ਆਪਸ ਵਿੱਚ ਮਿਲਣਾ ਹੈ ਤੇ ਉਸ ਵੇਲੇ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ, ਜਿਸ ਵਾਹਿਗੁਰੂ ਜੀ ਕੀ ਹਮੇਸ਼ਾ ਹੀ ਜਿੱਤ ਹੈ। ਇਹ ਮੰਗਲ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਅਨੇਕਾਂ ਵਾਰੀ ਉਚਾਰਨ ਕੀਤਾ। ਆਪਾਂ ਇਹ ਦੋਵੇਂ ਹੀ ਮੰਗਲ ਸ੍ਰੀ ਜਾਪ ਸਾਹਿਬ ਦੇ ਵਿੱਚ ਵੀ ਦਰਸ਼ਨ ਕਰਦੇ ਹਾਂ। ਫਿਰ ਇਸੇ ਤਰ੍ਹਾਂ ਚੌਪਈ ਸਾਹਿਬ ਦੇ ਵਿੱਚ ਹੋਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਇਹ ਮੰਗਲ ਆਉਂਦਾ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਜੋ ਸੋਭਾ ਵਾਲਾ ਹੈ,
ਸੋ ਐਸਾ ਜੋ ਪਰਮੇਸ਼ਰ ਵਾਹਿਗੁਰੂ ਅਚਰਜ ਸਰੂਪ ਹੈ, ਉਸ ਦੀ ਹਮੇਸ਼ਾ ਹੀ ਫਤਿਹ ਹੈ। ਤੇ ਜਿਹੜਾ ਜੀਵ ਉਸ ਦੇ ਨਾਲ ਜੁੜ ਜਾਂਦਾ ਹੈ ਨਾ, ਜੀਵ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦਾ ਹੈ, ਉਸ ਜੀਵ ਦੀ ਵੀ ਹਮੇਸ਼ਾ ਫਿਰ ਫਤਿਹ ਹੁੰਦੀ, ਉਹ ਵੀ ਵਿਕਾਰਾਂ ਤੇ ਫਤਿਹ ਹਾਸਲ ਕਰ ਲੈਂਦਾ ਹੈ। ਤੇ ਜੰਗ ਦੇ ਮੈਦਾਨ ਵਿੱਚ ਵੀ ਉਸ ਜੀਵ ਦੀ ਫਤਿਹ ਹੋ ਜਾਂਦੀ ਹੈ। ਸੰਸਾਰ ਵਿੱਚ ਅੰਦਰਲੇ ਬਾਹਰਲੇ ਦੁਸ਼ਮਣਾਂ ਦੇ ਉੱਤੇ ਫਤਿਹ ਜਿੱਤ ਹੋ ਜਾਂਦੀ ਹੈ, ਜਿਹੜਾ ਸ੍ਰੀ ਵਾਹਿਗੁਰੂ ਜੀ ਦੇ ਨਾਲ ਜੀਵ ਜੁੜ ਜਾਂਦਾ ਹੈ। ਅੱਠ ਹੁਣ ਪੂਰਬ ਐਨ, ਪਹਿਲਾ ਐਨ ਜੋ ਦਖਣੈਣ ਹੈ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਹੁਣ ਪਹਿਲੇ ਐਨ ਨੂੰ ਦਖਣੈਣ ਨੂੰ ਲਿਖਦੇ ਹਾਂ। ਇਸ਼ਟ ਦੇਵ ਸ੍ਰੀ ਅਕਾਲ ਮੰਗਲ, ਅੱਗੇ ਇਸ਼ਟ ਦੇਵ ਦਾ ਮੰਗਲ ਕਰਦੇ। ਇਹ ਪਹਿਲਾ ਐਨ ਕੀ ਹੋਇਆ ਸਾਧ ਸੰਗਤ ਜੀ? ਜਿਵੇਂ ਇਸ ਗ੍ਰੰਥ ਦਾ ਨਾਮ ਹੈ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਸੂਰਜ ਦੇ ਲਿਹਾਜ਼ ਦੇ ਨਾਲ ਜੋ ਕੁਝ ਬਣਿਆ ਹੈ ਨਾ, ਕਵੀ ਜੀ ਨੇ ਇਸ ਗ੍ਰੰਥ ਦੇ ਵਿੱਚ ਉਹ ਸਾਰਾ ਵਰਣਨ ਕੀਤਾ। ਸੂਰਜ ਵਾਹਿਗੁਰੂ ਜੀ ਦਾ ਪੈਦਾ ਕੀਤਾ ਹੋਇਆ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਸੂਰਜ ਦੇ ਲਿਹਾਜ਼ ਦੇ ਨਾਲ ਅਨੇਕਾਂ ਰੁੱਤਾਂ ਬਣੀਆਂ, 6 ਰੁੱਤਾਂ। ਸੂਰਜ ਦੇ ਲਿਹਾਜ਼ ਦੇ ਨਾਲ 12 ਮਹੀਨੇ ਬਣੇ, 12 ਰਾਸਾਂ। ਸੂਰਜ ਦੇ ਲਿਹਾਜ਼ ਦੇ ਨਾਲ ਸਾਧ ਸੰਗਤ ਜੀ ਇਹ ਦਖਣੈਣ ਤੇ ਉਤਰੈਣ, ਇਹ 2 ਐਣ ਬਣੇ। ਇਹਨਾਂ ਦਾ ਜ਼ਿਕਰ ਇੱਥੇ ਕਰ ਰਹੇ ਹਨ। ਸੋ ਜਿਵੇਂ 12 ਰਾਸਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਜਸ ਵਰਣਨ ਕੀਤਾ ਹੈ, 12 ਰਾਸਾਂ 12 ਭਾਗ ਬਣਾ ਕਰਕੇ, ਇਸੇ ਤਰ੍ਹਾਂ 6 ਰੁੱਤਾਂ ਦਾ ਜ਼ਿਕਰ ਕਰਦਿਆਂ ਹੋਇਆਂ ਗੁਰੂ ਕਲਗੀਧਰ ਪਾਤਸ਼ਾਹੀ ਦਾ ਇਤਿਹਾਸ ਵਰਣਨ ਕੀਤਾ ਹੈ। ਤਾਂ ਹੁਣ ਇਹ 2 ਐਣ ਅੱਗੇ ਲਿਖਣਗੇ। ਤਾਂ ਉਹਦੇ ਵਿੱਚੋਂ ਇਹ ਪਹਿਲਾ ਐਣ ਹੈ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਹੇਠਾਂ ਸਾਰਾ ਇਹਦਾ ਖੁਲਾਸਾ ਕੀਤਾ ਹੈ। ਉਹ ਕਹਿੰਦੇ ਐਣ ਦਾ ਅਰਥ ਹੈ ਪਥ, ਰਸਤਾ, ਭਾਵ ਸਾਲ ਦਾ ਅੱਧ। ਜਦੋਂ ਸੂਰਜ ਉੱਤਰ ਰੁੱਖ ਤੋਂ ਦੱਖਣ ਰੁੱਖ ਰਹਿੰਦਾ ਭਾਸਦਾ ਹੈ, ਸੋ ਸੂਰਜ ਦੀ ਚਾਲ ਮੂਜਬ ਇਹ ਐਣ ਗਿਣੀਦਾ ਹੈ। ਕਹਿੰਦੇ ਲਗਭਗ 9 ਜਾਂ 10 ਪੋਹ ਤੋਂ ਲੈ ਕੇ ਤੇ 9 ਜਾਂ 10 ਹਾੜ ਤੱਕ ਉਤਰਾਇਣ, ਤੇ 9-10 ਹਾੜ ਤੋਂ ਲੈ ਕੇ 9-10 ਪੋਹ ਤੱਕ ਦਖਣੈਣ। ਤੋ ਇਹ ਇਸ ਪ੍ਰਕਾਰ ਦੇ ਨਾਲ ਇਹ 2 ਐਣ ਹਨ। ਇਹ ਸਾਲ ਦੇ ਵਿੱਚ ਜਿਵੇਂ 6 ਮਹੀਨੇ, ਭਾਵ ਕਹਿ ਲਈਏ ਕਿ ਇਹ ਸਰਦੀ ਤੋਂ ਗਰਮੀ ਤੱਕ, ਗਰਮੀ ਤੋਂ ਸਰਦੀ ਤੱਕ, ਇਹ 6 ਮਹੀਨਿਆਂ ਦਾ ਜਿਹੜਾ ਇਹ ਸੂਰਜ ਦਾ ਹੈ, ਰੁੱਖ ਹੈ, ਰਸਤਾ ਹੈ, ਸਾਲ ਦਾ ਅੱਧ ਹੈ, ਉਹਨੂੰ ਉਤਰਾਇਣ ਤੇ ਦਖਣੈਣ ਕਹਿੰਦੇ ਹਨ। ਤਾਂ ਇਹ ਪਹਿਲੇ ਐਣ ਨੂੰ ਕਹਿੰਦੇ ਇੱਥੇ ਆਰੰਭ ਕਰਦੇ ਹਾਂ, ਭਾਵ ਉਹਦੇ ਵਿੱਚ ਗੁਰੂ ਜੀ ਦਾ ਜਸ ਕਥਨ ਕਰਦੇ ਹਾਂ। ਤੇ ਫਿਰ ਇੱਥੇ ਇਸ਼ਟ ਦੇਵ ਦਾ ਮੰਗਲ ਕੀਤਾ। ਇਸ਼ਟ ਦੇਵ ਕੌਣ ਹੈ? ਉਹ ਸ੍ਰੀ ਅਕਾਲ ਪੁਰਖ ਵਾਹਿਗੁਰੂ, ਸ੍ਰੀ ਅਕਾਲ ਪੁਰਖ ਜੀ ਦਾ ਮੰਗਲ ਆਰੰਭ ਵਿੱਚ ਕਰਦੇ ਹਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਦਇਆ ਹੋਈ। ਕਿਸ ਦੀ ਦਇਆ ਹੋਈ? ਕਹਿੰਦੇ ਦਇਆ ਨਿਧ, ਜਿਹੜਾ ਦਇਆ ਦਾ ਸਮੁੰਦਰ ਹੈ, ਦਇਆ ਦੀ ਨਿਧੀ ਹੈ, ਦਇਆ ਦਾ ਖਜ਼ਾਨਾ, ਉਹ ਹੈ ਅਕਾਲ ਪੁਰਖ ਵਾਹਿਗੁਰੂ। ਦਇਆ ਦੇ ਖਜ਼ਾਨੇ, ਦਇਆ ਦੇ ਸਮੁੰਦਰ ਪਰਮੇਸ਼ਰ ਦੀ ਮੇਰੇ ਉੱਤੇ ਦਇਆ ਹੋਈ। ਕਵੀ ਦੇ ਉੱਤੇ ਦਇਆ ਦੇ ਸਾਗਰ ਨੇ ਦਇਆ ਕੀਤੀ। ਕਹਿੰਦੇ ਵੀ ਵਾਹਿਗੁਰੂ ਦੀ ਹੋਈ ਦਇਆ ਤੇ ਫਿਰ ਵਿਸਾਲ ਹੀ ਮੈਨੂੰ ਉਦਮ ਦੇ ਦਿੱਤਾ। ਦਇਆ ਦੇ ਨੇ ਦਇਆ ਕਰਕੇ, ਦਇਆ ਦੇ ਸਮੁੰਦਰ ਨੇ ਮੇਰੇ ਤੇ ਤਰਸ ਕਰਕੇ, ਦਇਆ ਕਰਕੇ ਮੈਨੂੰ ਵੱਡਾ ਉਦਮ ਦੇ ਦਿੱਤਾ। ਕਿਉਂਕਿ ਏਡਾ ਵੱਡਾ ਇਤਿਹਾਸ ਲਿਖਣਾ ਗੁਰੂ ਸਾਹਿਬਾਂ ਦਾ ਕੋਈ ਇਹ ਛੋਟੇ ਉਦਮ ਨਾਲ ਥੋੜਾ ਕੰਮ ਹੋ ਸਕਦਾ ਸੀ, ਜਾਂ ਕੋਈ 2-4 ਘੰਟਿਆਂ ਦੇ ਨਾਲ। ਕਿੰਨੇ ਸਾਲ ਲੱਗ ਜਾਂਦੇ ਆ, ਰੋਜ਼ 1 ਘੰਟਾ ਕਥਾ ਹੁੰਦੀ ਹੈ, ਤੇ ਫਿਰ ਕਿੰਨੇ ਸਾਲ। ਤੇ ਹਾਲੇ ਕਿ ਆਪਾਂ ਪੜ੍ਹੀ ਜਾਣਾ ਸਿੱਧਾ, ਤੇ ਉਹ ਗੁਰਮੁਖ ਨੇ ਆਪ ਉਚਾਰਨ ਕਰਕੇ ਲਿਖਿਆ। ਤੇ ਇਹਦੇ ਫਿਰ ਕਿੰਨੀ ਮਿਹਨਤ ਕੀਤੀ ਡਾਕਟਰ ਭਾਈ ਵੀਰ ਸਿੰਘ ਜੀ ਨੇ ਇਸ ਨੂੰ ਛਪਾਉਣ ਲੱਗਿਆ। ਇਹਨੂੰ ਪੜ੍ਹਨ ਵਾਲਿਆਂ ਨੂੰ ਹੋਰ ਸੌਖਾ ਹੋ ਜਾਵੇ। ਔਖੇ ਮਹਿੰਗੇ ਜਿਹੜੇ ਪਦ ਹਨ ਉਹਨਾਂ ਦੇ ਅਰਥ ਦਿੱਤੇ, ਵਿੱਚ ਵਿਚਾਲੇ ਟਿੱਪਣੀਆਂ ਦਿੱਤੀਆਂ, ਸਾਰਾ ਗੁਰਬਾਣੀ ਦੀਆਂ ਪੰਕਤੀਆਂ ਦੇ ਕੇ ਉਦਾਹਰਨਾਂ ਦਿੱਤੀਆਂ। ਮਿਹਨਤ ਕੀਤੀ, ਪੂਰਾ ਜਥਾ ਰੱਖ ਕੇ ਭਾਈ ਵੀਰ ਸਿੰਘ ਜੀ ਨੇ। ਤੇ ਉਦੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਕਿੱਡਾ ਵੱਡਾ ਉਦਮ ਕੀਤਾ।
ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਦਸਮ ਪਾਤਸ਼ਾਹ ਗਰੀਬ ਨਵਾਜ ਦੇ ਜੋਤੀ ਜੋ ਸਮਾਉਣ ਤੱਕ, ਫਿਰ ਅੱਗੇ ਖਾਲਸੇ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੀ ਇਤਿਹਾਸ ਲਿਖਿਆ। ਇਹ ਕੋਈ ਛੋਟੇ ਉਦਮ ਨਾਲ ਨਹੀਂ ਸੀ ਕਾਰਜ ਹੋਣ ਵਾਲਾ, ਕਿੱਡਾ ਵੱਡਾ ਉਦਮ, ਕਿੰਨੇ ਛੰਦ, ਕਿੰਨੀ ਪ੍ਰਕਾਰ ਦੇ ਛੰਦ, ਜਿਸ ਤਰ੍ਹਾਂ ਦਾ ਜਿਸ ਇਲਾਕੇ ਦਾ ਇਤਿਹਾਸ ਚੱਲਦਾ ਉਸ ਇਲਾਕੇ ਦੀ ਬੋਲੀ ਵਿੱਚ ਵਰਤੀ ਹੈ। ਜਦੋਂ ਇਸਲਾਮ ਦਾ ਉਹ ਜ਼ਿਕਰ ਵਿੱਚ ਚੱਲਦਾ ਹੈ ਤੇ ਉਹਨਾਂ ਦੀ ਬੋਲੀ ਫਾਰਸੀ ਵੀ ਵਿੱਚ ਵਰਤ ਜਾਂਦੀ ਹੈ। ਅਰਬੀ, ਫਾਰਸੀ, ਬ੍ਰਿਜ ਭਾਸ਼ਾ ਤੇ ਹੈ ਹੀ, ਗੁਰਮੁਖੀ ਤਾਂ ਹੈ ਹੀ, ਹਿੰਦੀ, ਸੰਸਕ੍ਰਿਤ, ਜਿਸ ਇਲਾਕੇ ਦਾ ਜ਼ਿਕਰ ਚੱਲਦਾ ਉਸ ਇਲਾਕੇ ਦੀ ਬੋਲੀ। ਏਡਾ ਵੱਡਾ ਉਦਮ, ਕਹਿੰਦੇ ਵੀ ਇਹ ਉਹ ਵੀ ਬੇਨਤੀ ਕਰਦੇ ਨਿਮਰਤਾ ਦੇ ਨਾਲ, ਕਹਿੰਦੇ ਵੀ ਦਇਆ ਦਇਆ ਨਿਤ ਕੀ ਪਾਈ, ਦਇਆ ਦੇ ਸਮੁੰਦਰ ਪਰਮੇਸ਼ਰ ਵਾਹਿਗੁਰੂ ਜੀ ਦੀ ਮੇਰੇ ਤੇ ਦਇਆ ਹੋਈ ਤੇ ਵਾਹਿਗੁਰੂ ਜੀ ਨੇ ਫਿਰ ਉਦਮ ਦਇਆ ਵਿਸਾਲ ਵੱਡਾ ਹੀ ਮੈਨੂੰ ਉਦਮ ਦੇ ਦਿੱਤਾ ਇਤਿਹਾਸ ਲਿਖਣ ਦਾ। ਕਹਿੰਦੇ ਵੀ ਮੈਂ ਚਾਹੁੰਦਾ ਵੀ ਇਹ ਗੁਰੂ ਸਾਹਿਬ ਜੀ ਦੇ ਇਤਿਹਾਸ ਦਾ ਗ੍ਰੰਥ ਪੂਰਨ ਕਰ ਦੇਵਾਂ, ਪੂਰਾ ਲਿਖ ਦੇਵਾਂ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਅਖੀਰ ਤੱਕ, ਸਮਾਪਤੀ ਤੱਕ। ਤੇ ਪ੍ਰਭੂ ਅਕਾਲ ਪੁਰਖ ਜੀ ਨੇ ਇਹ ਕਿਰਪਾ ਕੀਤੀ, ਭਾਵ ਕਿ ਜਿੰਨਾ ਮੈਂ ਇਤਿਹਾਸ ਲਿਖਣਾ ਚਾਹੁੰਦਾ ਸਾਂ ਉਹਨਾਂ ਮੈਨੂੰ ਉਦਮ ਦਿੱਤਾ। ਇੱਥੇ ਲਿਖ ਰਹੇ ਆ ਕਿ ਇੱਥੋਂ ਤੀਕ ਮਹਾਰਾਜ ਨੇ ਪੂਰਾ ਕਰਵਾ ਲਿਆ ਤੇ ਅੱਗੇ ਜਿਹੜਾ ਗੁਰੂ ਸਾਹਿਬਾਂ ਦਾ ਬਾਕੀ ਦਾ ਇਤਿਹਾਸ ਉਹ ਵੀ ਮੈਂ ਪੂਰਨ ਕਰਨਾ ਚਾਹੁੰਦਾ ਹਾਂ ਤੇ ਮੈਨੂੰ ਵਾਹਿਗੁਰੂ ਜੀ ਨੇ ਉਦਮ ਦਿੱਤਾ। ਤੇ ਸਤਿਗੁਰੂ ਇਸੇ ਤਰ੍ਹਾਂ ਉਦਮ ਬਖਸ਼ ਕੇ ਅਗਲਾ ਰਹਿੰਦਾ ਇਤਿਹਾਸ ਵੀ ਮੇਰੇ ਤੋਂ ਪੂਰਾ ਕਰਵਾ ਲੈਣ। ਇਸ਼ਟ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮੰਗਲ। ਹੁਣ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਮੰਗਲ ਕਰਦੇ। ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ, ਨਿਰਗੁਣ ਸਰੂਪ ਦਾ, ਜੋਤੀ ਸਰੂਪ ਦਾ, ਤੇ ਫਿਰ ਜੋਤੀ ਸਰੂਪ ਦਾ ਹੀ ਜੋ ਸਰਗੁਣ ਜਾਮਾ, ਨਿਰਗੁਣ ਆਪ ਸਰਗੁਣ ਭਿਓ ਹੀ ਕਲਾਕਾਰ ਜਿਨ ਸਗਲੇ ਮੋਹੀ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਜੋਤੀ ਸਰੂਪ ਨੇ ਫਿਰ ਗੁਰੂ ਨਾਨਕ ਸਾਹਿਬ ਧਾਰਨ ਕੀਤਾ ਇਹ ਰੂਪ। ਇਸ ਕਰਕੇ ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਮੰਗਲ ਕਰਦੇ ਹਨ। ਕਹਿੰਦੇ ਵੀ ਬੇਦੀ ਬੰਸ ਦੇ ਵਿੱਚ ਪ੍ਰਗਟ ਹੋਏ ਆ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਬੰਸ ਬੇਦੀ ਆ ਨਾ ਸਾਧ ਸੰਗਤ, ਤੇ ਬੇਦੀ ਬੰਸ ਦੇ ਭੂਖਣ ਵਾ, ਭੂਖਣ ਕਹਿੰਦੇ ਆ ਗਹਿਣੇ ਨੂੰ। ਤੇ ਗਹਿਣਾ ਕਾਹਦੇ ਵਾਸਤੇ ਪਾਇਆ ਜਾਂਦਾ ਵਾ? ਜਿਹੜਾ ਪਾਉਂਦਾ ਉਹ ਕਹਿੰਦਾ ਵੀ ਮੈਂ ਸੋਹਣਾ ਲੱਗਾ, ਇੱਕ ਮੈਂ ਸੱਜ ਜਾਵਾਂ, ਤਾਂ ਗਹਿਣਾ ਪਾਇਆ ਜਾਂਦਾ। ਬੇਦੀ ਬੰਸ ਭੂਖਣ, ਤੇ ਬੇਦੀ ਬੰਸ ਨੂੰ ਮਹਾਰਾਜ ਨੇ ਸਜਾ ਦਿੱਤਾ। ਨਹੀਂ ਤੇ ਇੰਨੀ ਸ਼ੋਭਾ ਹੋਣੀ ਸੀ ਬੇਦੀ ਬੰਸ ਦੀ ਸੰਸਾਰ ਤੇ ਜੇ ਗੁਰੂ ਨਾਨਕ ਸਾਹਿਬ ਇਸ ਬੰਸ ਵਿੱਚ ਨਾ ਪ੍ਰਗਟ ਹੁੰਦੇ। ਸਤਿਗੁਰੂ ਨਾਨਕ ਸਾਹਿਬ ਜੀ ਬੇਦੀ ਬੰਸ ਵਿੱਚ ਪ੍ਰਗਟ ਹੋਏ ਤੇ ਉਸ ਬੰਸ ਨੂੰ ਵੀ, ਉਸ ਕੁਲ ਨੂੰ ਵੀ ਧੰਨ ਧੰਨ ਆਖਿਆ ਗਿਆ। ਸਾ ਧਰਤੀ ਭਈ ਹਰਿ ਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾਇਆ, ਸੇ ਜੰਤ ਭਏ ਹਰਿ ਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਮਾਤਾ ਪਿਤਾ ਨੂੰ ਵੀ ਧੰਨ ਧੰਨ ਆਖਿਆ ਤੇ ਕੁਲ ਨੂੰ ਵੀ ਧੰਨ ਆਖਿਆ। ਉਹ ਬੇਦੀ ਕੁਲ ਵੀ ਧੰਨ ਹੋ ਗਈ, ਬੇਦੀ ਬੰਸ ਵੀ ਧੰਨ ਹੋ ਗਈ। ਤਿੰਨ ਬੇਦੀਆਂ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਾਏ, ਜਹ ਤਹ ਭਏ ਸਹਾਏ। ਬੇਦੀ ਬੰਸ ਭੂਖਨ, ਜੋ ਭੂਖਨ ਅਦੂਖਨ ਸੇ, ਕਹਿੰਦੇ ਵੀ ਜੋ ਬੇਦੀ ਬੰਸ ਦੇ ਭੂਖਨ ਗਹਿਣਾ ਸਰੂਪ, ਜਿਨ੍ਹਾਂ ਨੇ ਭਾਵ ਬੇਦੀ ਬੰਸ ਨੂੰ ਸਜਾ ਕੇ ਰੱਖ ਦਿੱਤਾ। ਤੇ ਭੂਖਨ ਕਹੀਏ ਕਿ ਸੂਰਜ ਹਨ, ਅਦੂਖਨ ਦੋਸ਼ਾਂ ਤੋਂ ਰਹਿਤ ਹਨ। ਸੂਰਜ ਰੂਪ ਮਹਾਰਾਜ ਸਾਹਿਬ ਜੀ ਬੇਦੀ ਬੰਸ ਵਿੱਚ ਪ੍ਰਗਟ ਹੋਏ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਖਿਆ ਨਾ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਜਿਵੇਂ ਸੂਰਜ ਨਿਕਲਦਾ ਹੈ ਨਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ। ਜਿਵੇਂ ਸੂਰਜ ਚੜ ਜਾਂਦਾ ਹੈ ਤੇ ਤਾਰੇ ਛਿਪ ਜਾਂਦੇ ਆ ਤੇ ਹਨੇਰਾ ਦੌੜ ਜਾਂਦਾ,
ਇਸ ਤਰੀਕੇ ਨਾਲ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬੇਦੀ ਬੰਸ ਦੇ ਵਿੱਚ ਸੂਰਜ ਦੀ ਨਿਆਈ ਪ੍ਰਗਟ ਹੋਏ ਜੋ ਦੋਸ਼ਾਂ ਤੋਂ ਰਹਿਤ ਹਨ। ਕਹਿੰਦੇ ਵੀ ਜਿਵੇਂ ਸੂਰਜ ਚੜ੍ਹਨ ਦੇ ਨਾਲ ਹਨੇਰਾ ਦੌੜ ਜਾਂਦਾ ਹੈ, ਤਾਰੇ ਛਿਪ ਜਾਂਦੇ ਹਨ, ਤੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹੜਾ ਹਨੇਰਾ ਦੂਰ ਕੀਤਾ, ਕਿਹੜੇ ਤਾਰੇ ਛਿਪਾਏ। ਕਹਿੰਦੇ ਤਿਮਰ ਕਲੂਖਣ, ਤਿਮਰ ਹਨੇਰਾ ਜਿਹੜਾ ਹੈ ਉਹ ਕਲੂਖਣ ਪਾਪਾਂ ਦਾ ਹਨੇਰਾ ਮਹਾਰਾਜ ਸਾਹਿਬ ਜੀ ਨੇ ਦੂਰ ਕੀਤਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸੂਰਜ ਨੇ ਪਾਪਾਂ ਰੂਪੀ ਹਨੇਰੇ ਨੂੰ ਦੂਰ ਕਰ ਦਿੱਤਾ, ਤੇ ਪਖੰਡ ਰੂਪੀ ਜਿਹੜੇ ਤਾਰੇ ਸੀ ਉਹ ਦੰਭ ਪਖੰਡ ਦੇ ਤਾਰੇ ਛਿਪ ਗਏ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸੂਰਜ ਪ੍ਰਕਾਸ਼ਮਾਨ ਹੋਏ। ਇਸੇ ਕਰਕੇ ਆਖਿਆ ਸਾਧ ਸੰਗਤ ਜੀ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਐਸੇ ਸੂਰਜ ਹਨ ਜਿਹੜੇ ਜੀਵਾਂ ਦੇ ਹਿਰਦੇ ਵਿੱਚ ਚਾਨਣਾ ਕਰਦੇ, ਜੀਵਾਂ ਦੇ ਅੰਤਸ਼ਕਰਨ ਵਿੱਚ ਪ੍ਰਕਾਸ਼ ਕਰਦੇ ਹਨ। ਗੁਰੂ ਸਾਹਿਬ ਜੀ ਰੂਪੀ ਸੂਰਜ, ਆ ਬਾਹਰਲਾ ਸੂਰਜ ਜਿਹੜਾ ਇਹ ਬਾਹਰ ਚਾਨਣਾ ਕਰਦਾ, ਇਹ ਬਾਹਰਲਾ ਹਨੇਰਾ ਦੂਰ ਕਰਦਾ ਹੈ। ਪਰ ਗੁਰਬਾਣੀ ਕਹਿੰਦੀ ਹੈ ਕਿ ਇਹ ਜਿਹੜਾ ਸੂਰਜ ਹੈ ਨਾ, ਇਹਦੀ ਥਾਂ ਤੇ 1000 ਸੂਰਜ ਇਹਦੇ ਵਰਗਾ ਹੋਰ ਪ੍ਰਕਾਸ਼ ਕਰੇ, ਉਹ ਬਾਹਰ ਤਾਂ ਇਹਦੇ ਨੂੰ ਜ਼ਿਆਦਾ ਚਾਨਣਾ ਕਰ ਦੇਵੇਗਾ। ਇੱਕ ਚੰਦ ਜਿਹੜਾ ਚੜ੍ਹਿਆ ਹੁੰਦਾ ਪੁੰਨਿਆਂ ਦਾ, ਉਹ ਕਿੰਨਾ ਚਾਨਣਾ ਕਰਦਾ ਹੈ, ਉਹਦੇ ਵਰਗਾ 100 ਚੰਦਰਮਾ ਹੋਰ ਪ੍ਰਕਾਸ਼ ਕਰੇ, ਕਿੰਨਾ ਜ਼ਿਆਦਾ ਚਾਨਣਾ ਕਰ ਦੇਵੇਗਾ, ਪਰ ਉਹ ਸਾਰਾ ਬਾਹਰ ਹੋਣਾ। ਤੇ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਗੁਰੂ ਸਾਹਿਬ ਜੀ ਐਸੇ ਸੂਰਜ ਹਨ ਜਿਹੜੇ ਜੀਵ ਦੇ ਹਿਰਦੇ ਦਾ ਹਨੇਰਾ ਦੂਰ ਕਰਦੇ। ਉਹ 100 ਚੰਦ ਚੜ੍ਹ ਕੇ 1000 ਸੂਰਜ ਚੜ੍ਹ ਕੇ ਵੀ ਹਿਰਦੇ ਦਾ ਹਨੇਰਾ ਨਹੀਂ ਦੂਰ ਕਰ ਸਕਦੇ, ਬਾਹਰ ਹੀ ਚਾਨਣਾ ਕਰਨਗੇ। ਅੰਦਰ ਤੇ ਉਹੋ ਹੀ ਹਨੇਰਾ ਪਿਆ ਰਹਿਣਾ ਹੈ। ਝੂਠ, ਨਿੰਦਿਆ, ਚੁਗਲੀ, ਈਰਖਾ, ਵਕੀਲੀ, ਚੋਰੀ ਜਾਰੀ, ਠੱਗੀ, ਛਲ ਕਪਟ, ਵਕਾਰ। ਤਾਂ ਹੀ ਆਖਿਆ ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ 1000 ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨੇ ਚਾਨਣ ਦੇ ਹੁੰਦਿਆਂ ਗੁਰੂ ਜੀ ਤੋਂ ਬਿਨਾਂ ਘੁੱਪ ਹਨੇਰਾ ਹੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖਾਂ ਦੇ ਹਿਰਦੇ ਵਿੱਚ ਚਾਨਣਾ ਕੀਤਾ, ਸੰਸਾਰ ਦੇ ਜੀਵਾਂ ਦੇ ਹਿਰਦੇ ਵਿੱਚ ਚਾਨਣਾ ਕੀਤਾ, ਤੇ ਪਾਪਾਂ ਰੂਪੀ ਹਨੇਰੇ ਨੂੰ ਦੂਰ ਕੀਤਾ। ਪਖੰਡਾ ਰੂਪੀ ਤਾਰੇ ਜਿਹੜੇ ਉਹ ਸਤਿਗੁਰੂ ਸੂਰਜ ਨੂੰ ਵੇਖ ਕੇ ਛਿਪ ਗਏ। ਜਿਹੜੇ ਵੱਡੇ ਵੱਡੇ ਪੀਰ ਸੀ, ਦਸਤਗੀਰ ਪੀਰ ਵਰਗੇ, ਹੋਰ ਅਨੇਕਾਂ ਪੀਰ ਸਿੱਧ, 84 ਸਿੱਧ, ਧੀਰ, ਵੱਡੇ ਵੱਡੇ ਧੀਰਜ ਧਾਰੀ ਸੀ ਜਿਹੜੇ, ਜਿਨ੍ਹਾਂ ਦੇ ਅੱਗੇ ਕੋਈ ਨਹੀਂ ਸੀ ਠਹਿਰ ਸਕਦਾ। ਕਰਾਮਾਤ ਕੇ ਗਹੀਰ, ਜਿਹੜੇ ਕਰਾਮਾਤ ਵਿੱਚ ਬੜੇ ਗਹਿਰੇ ਸੀ, ਡੂੰਘੇ ਸੀ, ਗਨ ਬਹੁਤੇ ਸੀ, ਜਿਨ੍ਹਾਂ ਦੇ ਜਥਿਆਂ ਦੇ ਜਥੇ ਸੀ, ਉਹ ਸਾਰੇ ਵੱਡੇ ਵੱਡੇ ਪੀਰ, ਵੱਡੇ ਵੱਡੇ ਸਿੱਧ, ਧੀਰਜ ਧਾਰੀ ਤੇ ਕਰਾਮਾਤੀ ਲੋਕ ਮਾਨ ਸਾਹਿਬ ਚੜੇ ਗੁਰੂ ਨਾਨਕ ਤਾਜੇ ਹੈ। ਜਿੱਥੇ ਉਹ ਵੱਡੇ ਵੱਡੇ ਟਿੱਲਿਆਂ ਤੇ ਚੜ੍ਹ ਕੇ ਬੈਠੇ ਸੀ ਨਾ, ਪਹਾੜਾਂ ਦੀਆਂ ਟੀਸੀਆਂ ਤੇ ਚੜ੍ਹ ਕੇ ਬੈਠੇ ਸੀ, ਉੱਥੇ ਮਾਣ ਦੇ ਵੀ ਉਹ ਪਹਾੜ ਦੇ ਉੱਤੇ ਚੜ੍ਹੇ ਹੋਏ ਸੀ। ਮਾਣ ਸਾਹਿਬ ਚੜ੍ਹੇ, ਹੰਕਾਰ ਦੇ ਪਹਾੜਾਂ ਉੱਤੇ ਵੀ ਚੜ੍ਹੇ ਹੋਏ ਸੀ ਉਹ। ਜਿੱਥੇ ਪ੍ਰਤੱਖ ਪਹਾੜਾਂ ਉੱਤੇ ਚੜ੍ਹੇ ਸੀ ਨਾ ਵਲੀ ਕੰਧਾਰੀ ਵਰਗੇ, ਭਾਈ ਮਰਦਾਨਾ ਜੀ ਗਏ ਸੀ ਨਾ ਜਲ ਛਕਣ ਵਾਸਤੇ, ਉਹਨੇ ਕਿਹਾ ਕਿ ਨਹੀਂ ਦੇਣਾ ਪਾਣੀ ਤੈਨੂੰ ਪੀਣ, ਨਹੀਂ ਜਲ ਦੇਣਾ। ਵਾਰ-ਵਾਰ ਗਏ ਸੀ, ਬੇਨਤੀ ਕੀਤੀ ਸੀ, ਆਖਿਆ ਆਪਣੇ ਗੁਰੂ ਨੂੰ ਕਹੇ ਉਹ ਕਿਉਂ ਨਹੀਂ ਤੈਨੂੰ ਜਲ ਛਕਾਉਂਦਾ। ਫਿਰ ਬੇਨਤੀ ਕੀਤੀ, ਮਹਾਰਾਜ ਇੱਕ ਤਾਂ ਮੈਂ ਪਿਆਸਾ ਵਾਂ ਤੇ ਇੱਕ ਮੈਂ ਥੱਕ ਗਿਆ ਚੜ ਚੜ। ਇੰਨੇ ਗੇੜੇ ਮਾਰ ਕੇ ਉਹ ਵਲੀ ਕੰਧਾਰੀ ਉਹ ਨਹੀਂ ਪਾਣੀ ਪਿਆਉਂਦਾ, ਉਹ ਤੇ ਬੜਾ ਕੱਬਾ ਬੋਲਦਾ। ਤੇ ਫਿਰ ਮਹਾਰਾਜ ਸਾਹਿਬ ਥੱਲੇ ਬੈਠੇ ਹੀ, ਉੱਥੇ ਹੀ ਗਰੀਬ ਨਵਾਜ ਸਾਹਿਬ ਜੀ ਨੇ ਹੱਥ ਵਿੱਚ ਸੋਟਾ ਸੀ ਉਹੀ ਲਾਇਆ ਤੇ ਕਹਿੰਦੇ ਲੈ ਮਰਦਾਨਿਆਂ ਨਾਲ ਜਲ ਛਕ ਤੇ ਭਾਵੇਂ ਇਸ਼ਨਾਨ ਕਰ ਲਾ। ਉਹ ਸਾਰਾ ਖਿੱਚ ਲਿਆ ਉਹਦਾ ਪਾਣੀ ਜਿਹੜਾ ਉੱਤੇ ਇਕੱਠਾ ਕੀਤਾ ਹੋਇਆ। ਫਿਰ ਗੁੱਸੇ ਵਿੱਚ ਆਏ ਨੇ, ਪੱਥਰ ਰੋੜਿਆ ਸੀ ਉਤੋਂ ਵੱਡਾ। ਜਦੋਂ ਪੱਥਰ ਰੋੜਿਆ ਸੀ, ਬਾਬਾ ਜੀ ਨੇ ਅੱਗੇ ਪੰਜਾ ਕਰਕੇ ਰੋਕ ਦਿੱਤਾ ਹੀ, ਹੱਥ ਕਰਕੇ ਉਹ ਪੱਥਰ। ਉੱਥੇ ਹੀ ਗੁਰਦੁਆਰਾ ਪੰਜਾ ਸਾਹਿਬ ਸ਼ੋਭਾ ਪਾਉਂਦਾ।
ਉਹ ਜਿਹੜੇ ਵੱਡੇ ਵੱਡੇ ਪੀਰ ਤੇ 84 ਸਿੱਧ ਗੋਰਖਨਾਥ ਦੇ ਚੇਲੇ ਮਾਨ ਉਹ ਹੰਕਾਰ ਰੂਪੀ ਵੀ ਪਹਾੜ ਦੇ ਉੱਤੇ ਚੜੇ ਹੋਏ ਸੀ। ਗੁਰੂ ਨਾਨਕ ਹੀ ਉਤਾਰੇ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪਹਾੜਾਂ ਤੋਂ ਥੱਲੇ ਤਾਰਿਆ ਉਹਨਾਂ ਨੂੰ, ਪ੍ਰਤੱਖ ਪਹਾੜਾਂ ਤੋਂ ਵੀ ਥੱਲੇ ਤਾਰਿਆ। ਵਲੀ ਘਧਾਰੀ ਵੀ ਆਇਆ ਸੀ ਥੱਲੇ ਫਿਰ ਬਾਬਾ ਜੀ ਨੂੰ ਮੱਥਾ ਟੇਕਣ, ਤੇ ਉਹ ਸਿੱਧ ਵੀ ਆਏ ਸੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਨ। ਜਿੱਥੇ ਉਹ ਪਹਾੜਾਂ ਦੀਆਂ ਚੋਟੀਆਂ ਤੇ ਚੜ੍ਹ ਕੇ ਬੈਠੇ ਸੀ, ਉੱਥੇ ਹੰਕਾਰ ਦੇ ਪਹਾੜ ਤੇ ਵੀ ਚੜ੍ਹ ਕੇ ਬੈਠੇ ਸੀ, ਹੰਕਾਰ ਦੇ ਟਿੱਲੇ ਤੇ। ਨਾਲੇ ਉਹਨਾਂ ਨੂੰ ਪਹਾੜਾਂ ਤੋਂ ਥੱਲੇ ਲਾਇਆ, ਨਾਲੇ ਹੰਕਾਰ ਤੋਂ ਥੱਲੇ ਲਾਇਆ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਬੜਾ ਖੁਲਾਸਾ ਕੀਤਾ। ਇੱਕ ਪੌੜੀ ਵਿੱਚ ਤਾਂ ਉਹਨਾਂ ਨੇ ਸਾਰੇ ਇਲਾਕਾ ਹੀ ਗਿਣ ਕੇ ਰੱਖ ਦਿੱਤਾ। ਕਹਿੰਦੇ ਗੜ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭ ਨਿਵਾਇਆ, ਸਿੱਧ 84 ਮੰਡਲੀ ਖੜ ਦਰਸ਼ਨ ਪਾਖੰਡ ਜਣਾਇਆ, ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਇਆ, ਜਿੱਤੀ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ, ਦੇਵ ਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ, ਇੰਦਰਾਸਨ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ ਕਲ ਤਾਰਨਪੁਰ ਨਾਨਕ ਆਇਆ, ਹਿੰਦੂ ਮੁਸਲਮਾਨ ਨਿਵਾਇਆ। ਸਾਰੇ ਪਾਸੇ ਸਾਰੇ ਗੁਰੂ ਜੀ ਦੇ ਚਰਨਾਂ ਦੇ ਝੁਕੇ। ਇਹ ਜਿਹੜੇ ਪੀਰ ਤੇ ਸਿੱਧ ਆਦਿਕ ਹੰਕਾਰ ਦੇ ਕਿਲੇ ਤੇ ਚੜੇ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਹੇਠਾਂ ਉਤਾਰਿਆ ਹੈ। ਮਹਾਰਾਜ ਸਾਹਿਬ ਜੀ ਦੇਸ਼ਾਂ ਵਿੱਚ ਵਿਚਰੇ, ਵਿਦੇਸ਼ਾਂ ਵਿੱਚ ਵਿਚਰੇ, ਤੇ ਇਹ ਜੰਬੂ ਦੀਪ ਜਿੱਥੇ ਆਪਾਂ ਵਸ ਰਹੇ ਆ, ਇਹਨੂੰ ਸਾਧ ਸੰਗਤ ਜੀ ਜੰਬੂ ਦੀਪ ਹੀ ਕਿਹਾ ਜਾਂਦਾ ਸਾਰੇ ਭਾਰਤ। ਇਹ ਜੰਬੂ ਦੀਪ ਤੇ ਇਹਦੇ ਬਰਾਬਰ ਜਿਹੜੇ ਹੋਰ ਦੀਪ ਸਨ, ਇਹ 7 ਦੀਪਾਂ ਦੇ ਵਿੱਚ 9 ਖੰਡਾਂ ਦੇ ਵਿੱਚ ਸਾਰੀ ਧਰਤੀ ਤੇ ਬਾਬਾ ਜੀ ਨੇ ਉਦਾਸੀਆਂ ਕੀਤੀਆਂ। ਇਸੇ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਹੈ, ਬਾਬੇ ਤਾਰੇ 4 ਚੱਕ, ਬਾਬੇ ਤਾਰੇ 4 ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, 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 ਗੁਰਮੁਖ ਕਾਲ ਵਿੱਚ ਪ੍ਰਗਟ ਹੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ, ਕਾਲ ਵਿੱਚ ਪ੍ਰਗਟ ਹੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਔਰ ਸਾਧ ਸੰਗਤ ਜੀ, ਬਾਬਾ ਜੀ ਨੇ ਤਾਰੇ ਤੇ 4 ਚੱਕ ਵਾ, 9 ਖੰਡ ਆ, ਸਾਰੀ ਪ੍ਰਿਥਵੀ ਆ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ, ਪਾਤਾਲ ਨਾ ਪਾਤਾਲ ਲੱਖ, ਲੱਖਾਂ ਪਤਾਲ ਤੇ ਲੱਖਾਂ ਆਕਾਸ਼। ਸਾਰੇ ਥਾਵਾਂ ਤੇ ਬਾਬਾ ਜੀ ਗਏ, ਪਰ ਐਸ ਧਰਤੀ ਨੂੰ ਮਹਾਰਾਜ ਨੇ ਵਡਿਆਈ ਦਿੱਤੀ। ਜਿੱਥੇ ਬਚਪਨ ਦੇ 15 ਸਾਲ ਰਾਏ ਭੋਏ ਦੀ ਤਲਵੰਡੀ, ਜਿੱਥੇ ਪ੍ਰਕਾਸ਼ ਧਾਰਿਆ ਸ੍ਰੀ ਨਨਕਾਣਾ ਸਾਹਿਬ ਦੇ ਧਰਤੀ ਤੇ ਬਚਪਨ ਦੇ 15 ਵਰੇ ਬਤੀਤ ਕੀਤੇ, ਤੇ 15 ਸਾਲ ਤੋਂ ਲੈ ਕੇ 28 ਸਾਲ ਦੀ ਸਰੀਰ ਕਾਰਬਲਾ ਤੱਕ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਭਾਗ ਲਾਏ ਬਾਬਾ ਜੀ। ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਆ ਕਿ ਮਹਾਰਾਜ ਸਾਹਿਬ 1541 ਵਿਕਰਮੀ ਸੰਮਤ ਵਿੱਚ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਉਂਦੇ। 42 ਦੇ ਵਿੱਚ ਮੋਦੀ ਖਾਨਾ ਸੰਭਾਲਦੇ। ਜਿਸ ਵੇਲੇ ਮਹਾਰਾਜ ਸਾਹਿਬ ਦੀ 16 ਸਾਲ ਦੀ ਸਰੀਰ ਕਾਰਬਲਾ ਸੀ, ਜਦੋਂ 17 ਸਾਲ ਦੀ ਸਰੀਰ ਕਾਰਬਲਾ ਹੋਈ ਜਗਤ ਗੁਰੂ ਜੀ ਦੀ 1543 ਵਿਕਰਮੀ ਸੰਮਤ ਦੇ ਵਿੱਚ, ਤੇ ਜਗਤ ਮਾਤਾ ਸੁਲੱਖਣੀ ਜੀ ਦੇ ਨਾਲ ਆਪ ਜੀ ਦਾ ਮੰਗਣਾ ਹੋਇਆ। 1 ਸਾਲ ਬਾਅਦ ਵਿਆਹ ਹੋਇਆ, ਆਨੰਦ ਕਾਰਜ ਹੋਇਆ, ਜਦੋਂ ਬਾਬਾ ਜੀ ਦੀ 18 ਸਾਲ ਦੀ ਸਰੀਰ ਕਾਰਬਲਾ ਸੀ 1544 ਵਿਕਰਮੀ ਸੰਮਤ ਦੇ ਵਿੱਚ। ਉਹ ਵੀ ਇਸੇ ਧਰਤੀ ਨੂੰ ਹੀ ਵਡਿਆਈ ਪ੍ਰਾਪਤ ਹੈ। ਬਾਬਾ ਜੀ ਦੀ ਬਰਾਤ ਇੱਥੋਂ ਹੀ ਚੜੀ ਸੀ, ਸੁਲਤਾਨਪੁਰ ਲੋਧੀ ਦੀ ਧਰਤੀ। ਫਿਰ ਸਾਧ ਸੰਗਤ ਜੀ, ਆਨੰਦ ਕਾਰਜ ਤੋਂ 7 ਸਾਲ ਬਾਅਦ 1551 ਵਿਕਰਮੀ ਸੰਮਤ ਦੇ ਵਿੱਚ ਗੁਰੂ ਕੇ ਬਾਗ ਸਾਹਿਬ ਵਾਲੇ ਸਥਾਨ ਤੇ ਜਗਤ ਗੁਰੂ ਜੀ ਦੇ ਘਰ ਵਿੱਚ ਧੰਨ ਮਾਤਾ ਸੁਲੱਖਣੀ ਜੀ ਦੀ ਪਵਿੱਤਰ ਕੁੱਖ ਤੋਂ ਵੱਡਾ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਪ੍ਰਗਟ ਹੋਏ। ਉਹਨਾਂ ਤੋਂ 2 ਸਾਲ ਬਾਅਦ
जिस वेले बाबा जी की शरीर कारबला 27 वरियां दी सी और 1553 विक्रमी संमत दे विच छोटा साहिबजादा धन बाबा लक्ष्मी दास साहब जी प्रगट होए ते ओहदे तो 1 साल बाद जो बाबा जी की 28 साल की शरीर कारबला होई ते 1554 विक्रमी संमत विच इथों फिर पहली उदासी आरंभ की सुल्तानपुर साहब की धरती तो सुल्तानपुर लोधी के विचों ते फिर महाराज साहब जी ने 4 उदासियां कीतियां ते 25 साल का समा लिखिया है। भाई कान सिंह नाभा ने 25 साल का समा महाराज साहब जी 4 चक्कां दे विच विचरे। गरीब नवाज साहब जी ने बाबे तारे 4 चक 9 खंड पृथ्वी सच्चा ढोआ नाल साथी भाई मरदाना जी ते भाई बाला जी। भाई बाला जी गुरु जी ते चौर करिया करदे, भाई मरदाना जी रबाब वजाया करदे। तां इत्थे भाई साहब कहंदे देशन विदेश फिर जंबू दीप दीप सम, जो ये जंबू दीप है 7 दीपां विचों इस दीप दे बराबर जिहड़े होर दीप हन उन्हां विच विचरे, देशां ते विदेशां विच फिरे धन गुरु नानक साहब जी। इन्हें है करोड़ सिख भव जल तारे हैं। करोड़ां नूं महाराज ने अपने सिख बनाया, करोड़ां नूं अपनी सिक्ख्या दे करके अपने सिख बनाया। वेखो अज वर्गा समा नहीं सी, महाराज ने तुर तुर के सफर किया, पैदल चल चल के। ते भाई साहब कहते कीने हैं करोड़ों सिख, करोड़ां सिख महाराज साहब जी ने बनाए। जिथे अपनी सिक्ख्या दे करके अपने सिख कीते ना करोड़ां ही भवजल तारे हैं, उथे संसार भवजल तो भी तारिया महाराज ने सिखां। किन्नियां कोलों तारिया कोई गिण ही नहीं सकता। पूजे अपार बेअंत स्वामी कौन जाने गुण तेरे, गावते उद रह सुनते उद रह बिनसह पाप कनेरे। पशु परेत मुग्ध का तारे पाहन पारे उतारै, नानक दास तेरी सरनाई सदा सदा बलिहारै। किनू किनू तारिया गुरु नानक साहब महाराज ने, सतगुरां ने तो पत्थर भी तारते, गुरु साहब ने तो दरख्त भी तारते। तां ही एक गुरमुख लिखदा ना, कहंदा बेरी हेठ बैठे गुरु बेरी की निहाल होई। नहीं तो बेरियां दे नां ते किते दरबारां दे नाम हुंदे। ये तो गुरु नानक साहब सच्चे पातशाह ने दातन करके इत्थे लाई ते गुरु साहब जी का यह सीत प्रसाद ही है। महाराज साहब जी ने दातन करके लाई, आपन ते चल नीर के तीर पे दंतन धावने आन करी, गाड़ दई धर होत भयो तर है अबलो बर सो बदरी। ते बेरी शोभा पाउंदी महाराज दी दातन, ते गुरुद्वारा श्री बेर साहब शोभा पा रहा। ते होर भी अनेकां इतिहासक बेरियां जिन्हां दे थल्ले बैठ के कीर्तन कीता, अज भी शोभा पाउंदियां, भावें वो सियालकोट दे विच है, भावें होर थावां ते हन। रीठा साहिब स्थान है, कौड़े रीठे नूं मिठा कीता। बेरी हेठ बैठे गुरु बेरी की निहाल होई, रीठे वल डिठा रीठा मिठा होई जानदा। अक्कां दियां खखड़ियां वेख के निहाल होईयां, अंब दे अनार नूं मरदाना तोड़ खांदा। किकरा तो मठियाइयां चढ़वाइयां मेरे सतगुरां, खारा जल चरण छोहे मिठा होए जानदा। नानक झीरा साहब संगतां ने दर्शन कीते होणगे, सचखंड श्री हजूर साहब तो परले पासे। खारा जल चरण छोए मिठा होए जानदा, पशु पंछी राक्ष भी तारे मेरे सतगुरां। बंदा क्यों ना तरे जेड़ा गुरु शरण आउंदा, बंदा क्यों ना तरे जे भावना नाल आवे, शरधा नाल आवे, गुरु नानक साहब जी के चरनां विच क्यों ना तरे बंदा। सतगुर सदा दयाल है भाई, बिन भागा क्या पाइयै। एक नजर कर वेखै सब ऊपर, जेहा भाओ तेहा फल पाइयै। तां भाई साहब कहंदे कीने हैं करोड़ों सिख भवजल तारे हैं। महाराज साहब जी ने करोड़ां सिख कीते, अपने सिक्ख्या दे के सिख बनाए ते उन्हां नूं सिक्ख्या दित्ती कि गुरु के प्यारिओ अमृत वेले उठिया करो, इशनान करिया करो, नाम जपिया करो, बाणी पढ़िया करो। धर्मशाला बनवाइयां वख-वख इलाके दे विच,
ਤੇ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਵੀ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਸਾਬਤ ਸੂਰਤ ਹੋਵੋ। ਆਪਣੀ ਸਿੱਖਿਆ ਦਿੱਤੀ। ਜਿੱਥੇ ਪੈਦਲ ਚੱਲ ਚੱਲ ਕੇ ਮਹਾਰਾਜ ਨੇ ਸਫ਼ਰ ਕੀਤਾ ਨਾ, ਤੇ ਉੱਥੇ ਗਰੀਬ ਨਵਾਜ਼ ਸਾਹਿਬ ਇਸ ਤਰ੍ਹਾਂ ਵੀ ਕਰ ਲੈਂਦੇ ਸੀ ਸਫ਼ਰ। ਇਤਿਹਾਸ ਵਿੱਚ ਲਿਖਿਆ ਹੈ, ਜਨਮ ਸਾਖੀਆਂ 'ਚ ਲਿਖਿਆ ਹੈ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ, ਜਦੋਂ ਕਿਤੇ ਦੂਰ, ਬਹੁਤੀ ਦੂਰ ਜਾਣਾ ਨਾ, ਤੇ ਫਿਰ ਮਹਾਰਾਜ ਕਹਿੰਦੇ ਭਾਈ ਮਰਦਾਨਿਆ, ਭਾਈ ਬਾਲਿਆ, ਨੇਤਰ ਮੀਟੋ ਤੇ ਕਹੋ ਸਤ ਕਰਤਾਰ। ਤੇ ਸਤ ਕਰਤਾਰ ਕਹਿਣ ਦੀ ਦੇਰ ਸੀ। ਕਿਸੇ ਵੇਲੇ ਦੂਰ ਕਹਿੰਦੇ ਮਰਦਾਨਿਆ ਬੇਬੇ ਜੀ ਨੇ ਯਾਦ ਕੀਤਾ, ਮੱਕੇ ਚੋਂ ਵੀ ਆ ਜਾਂਦੇ, ਪ੍ਰਸ਼ਾਦਾ ਤਵੇ ਉੱਤੇ ਪਾਇਆ ਵਾ ਤੇ ਉਹ ਤਿਆਰ ਹੋਇਆ, ਤੇ ਉਦੋਂ ਹੀ ਯਾਦ ਕੀਤਾ ਹੈ ਕਿ ਵੀਰ ਜੀ ਆਉਣ ਤੇ ਛਕਾਵਾਂ। ਉਸੇ ਵੇਲੇ ਹੀ ਮਰਦਾਨਿਆ ਬੇਬੇ ਜੀ ਨੇ ਯਾਦ ਕੀਤਾ, ਨੇਤਰ ਮਿਟੇ ਆ ਤੇ ਸਤ ਕਰਤਾਰ ਕਹਿ ਕੇ ਆਖਿਆ ਖੋਲੋ ਨੇਤਰ, ਤੇ ਬੇਬੇ ਜੀ ਦੇ ਵਿਹੜੇ 'ਚ ਖਲੋਤੇ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ। ਜਦੋਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹਦੇ ਆ ਕਿ ਉਹਨਾਂ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਵਿੱਚ ਜਾਣ ਦਾ ਜ਼ਿਕਰ ਕੀਤਾ ਹੀ ਹੈ। ਉੱਥੇ ਮਾਰੇ ਕਿਤੇ ਪੈਦਲ ਚੱਲ ਚੱਲ ਕੇ ਹੁੜਾ ਗਏ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਵਿੱਚ। ਤਾਂ ਹੀ ਤਾਂ ਸਿੱਧ ਹੈਰਾਨ ਹੋਏ ਸੀ ਮਹਾਰਾਜ ਨੂੰ ਵੇਖ ਕੇ ਪਹਾੜ ਦੇ ਉੱਤੇ ਸਮੇਰ ਪਰਬਤ ਤੇ। ਉਹ ਕਹਿੰਦੇ ਅਸੀਂ ਤਪਸਵੀ ਲੋਕ, ਸੈਂਕੜੇ ਸਾਲ ਸਾਡੀ ਉਮਰ, ਅਸੀਂ ਯੋਗਾ ਅਭਿਆਸੀ, ਇੱਥੇ ਸਿੱਧੀਆਂ ਦੇ ਬਲ ਦੇ ਨਾਲ ਆਏ ਹਾਂ। ਤੇ ਮਹਾਰਾਜ ਨੂੰ ਤਾਂ ਬੱਚਾ ਹੀ ਕਹਿੰਦੇ ਸੀ ਕਿ ਸਾਡੇ ਸਾਹਮਣੇ ਤੇ ਬੱਚਾ ਹੀ ਹੈ। ਉਹ ਕਹਿੰਦੇ ਬਾਲਕਿਆ ਤੂੰ ਕਿਵੇਂ ਆ ਗਿਆ? ਤੇ ਨਿਮਰਤਾ ਦਾ ਸਰੂਪ ਸਤਿਗੁਰੂ ਜੀ ਕਹਿੰਦੇ ਕਿ ਅਸੀਂ ਵਾਹਿਗੁਰੂ ਲੈ ਆਇਆ ਸਾਨੂੰ। ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ? ਕਿਹੜੀ ਸ਼ਕਤੀ ਤੈਨੂੰ ਇੱਥੇ ਲੈ ਕੇ ਆਈ? ਇੱਥੇ ਤੇ ਆ ਨਹੀਂ ਸਕਦਾ ਕੋਈ ਮਨੁੱਖ। ਇੰਨੀ ਉੱਚੀ ਥਾਂ ਤੇ ਕਿਵੇਂ ਤੂੰ ਬਲ ਕੇ ਆ ਗਿਆ ਹੈ? ਤੇ ਮਹਾਰਾਜ ਨੇ ਨਹੀਂ ਆਖਿਆ ਆਪਦੀ ਤਾਕਤ ਨਾਲ ਆਇਆ, ਨਹੀਂ ਆਖਿਆ। ਗਰੀਬ ਨਵਾਜ ਕਹਿੰਦੇ ਹਉ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਸਿੱਧੋ ਪ੍ਰੇਮਾ ਭਗਤੀ ਦੀ ਸਮਾਧੀ ਲਾਈ ਤੇ ਪਰਮੇਸ਼ਰ ਨੂੰ ਜਪਿਆ। ਉਹ ਵਾਹਿਗੁਰੂ ਹੀ ਸਾਨੂੰ ਲੈ ਕੇ ਆ ਗਿਆ, ਪਰਮੇਸ਼ਰ ਹੀ ਲੈ ਕੇ ਆ ਗਿਆ। ਕਈ ਵਾਰੀ ਹੋਇਆ ਸੀ ਮੇਲ ਮਿਲਾਪ ਸਿੱਧਾ ਨਾਲ। ਇੱਕ ਵਾਰੀ ਬੜੀ ਦੂਰ ਮਿਲੇ ਸੀ ਤੇ ਕਹਿੰਦੇ ਅਚਲ ਬਟਾਲੇ ਮੇਲਾ ਵਾ ਤੇ ਉੱਥੇ ਚੱਲੀਏ ਬਾਬਾ ਜੀ। ਮਹਾਰਾਜ ਕਹਿੰਦੇ ਤੁਸੀਂ ਤੇ ਉੱਡ ਕੇ ਜਾਣਾ, ਛੇਤੀ ਚੱਲ ਜਾਣਾ, ਜਾਓ ਤੁਸੀਂ ਆ ਜਾਂਦੇ ਸਹਿਜੇ ਸਹਿਜੇ। ਜਦੋਂ ਉਹ ਆਏ ਤੇ ਗੁਰੂ ਸਾਹਿਬ ਜੀ ਉਹਨਾਂ ਤੋਂ ਪਹਿਲਾਂ ਅਚਲ ਬਟਾਲੇ ਬੈਠੇ, ਵੇਖ ਕੇ ਹੈਰਾਨ ਹੋ ਗਏ। ਨਾਲੇ ਅੰਦਰ ਈਰਖਾ ਨਾਲ ਸੜੇ ਵੀ ਸੀ। ਉੱਥੇ ਵੀ ਉਹਨਾਂ ਨਾਲ ਗੋਸ਼ਟ ਹੋਈ ਸੀ। ਅਖੀਰ ਤੇ ਜਾ ਕੇ ਉਹਨਾਂ ਆਖਿਆ ਸੀ ਫਿਰ ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਪਹਿਲੋਂ ਨਹੀਂ ਸੀ ਆਖਿਆ, ਜਦੋਂ ਵੇਖਿਆ ਸਾਰਾ ਕੋਈ ਤੇ ਫੇਰ ਆਖਿਆ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਤਾਂ ਮਹਾਰਾਜ ਨੇ ਕਰੋੜਾਂ ਸਿੱਖਾਂ ਨੂੰ ਸੰਸਾਰ ਭੌਜਲ ਤੋਂ ਤਾਰਿਆ। ਗਰੀਬ ਨਵਾਜ ਨੇ ਸਾਰੇ ਪਾਸੇ ਪ੍ਰਭੂ ਦੇ ਜਸ ਨੂੰ ਫੈਲਾਇਆ। ਸਾਰਿਆਂ ਨੂੰ ਆਖਿਆ ਕਿ ਕਰਤਾਰ ਨਾਲ ਜੁੜ ਜਾਓ, ਕਰਤਾਰ ਦੀ ਕੀਰਤੀ ਕਰੋ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹੀ ਨੇ ਸਭ ਪਾਸੇ ਪ੍ਰਭੂ ਜਸ ਨੂੰ ਭਾਰੀ ਤਰ੍ਹਾਂ ਵਿਸਤਾਰ ਦੇ ਸਹਿਤ ਕੀਤਾ, ਫੈਲਾਇਆ। ਜੋ ਵਿਸ਼ੇ ਵਿਕਾਰਾਂ ਦੀ ਵਿਸ ਜ਼ਹਿਰ ਦੇ ਵਿੱਚ ਖਚਤ ਸੀ, ਉਹਨਾਂ ਬਹੁਤਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਉਹ ਵਿਸ਼ੇ ਵਿਕਾਰਾਂ ਦੀ ਜ਼ਹਿਰ ਲਾ ਕੇ ਤਾਰਿਆ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਮੋਹ ਦੇ ਜਿਹੜੇ ਲੱਗੇ ਹੋਏ ਤਾਰੇ ਤਾਲੇ ਸੀ ਨਾ, ਉਹ ਵੀ ਖੋਲ ਦਿੱਤੇ। ਮੋਹ ਦੇ ਜਿੰਦਰੇ, ਮੋਹ ਦੇ ਵਿੱਚ ਜੋ ਜੀਵ ਜਕੜੇ ਹੋਏ ਸੀ, ਉਹ ਮੋਹ ਦੇ ਵੀ ਸਤਿਗੁਰੂ ਗਰੀਬ ਨਵਾਜ ਨੇ ਜਿੰਦਰੇ ਖੋਲ ਕੇ ਰੱਖ ਦਿੱਤੇ, ਵਿਵੇਕ ਦਾ ਦਾਨ ਬਖਸ਼ ਦਿੱਤਾ। ਔਰ ਇਸੇ ਤਰ੍ਹਾਂ ਜਿਹੜੇ ਬਾਦ ਝਗੜਾ ਕਰਨ ਵਾਲੇ ਸੀ, ਉਹਨਾਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਤਾੜਨਾ ਕਰਕੇ ਉਹਨਾਂ ਨੂੰ ਤਾਰ ਦਿੱਤਾ। ਕਿਉਂਕਿ ਹਰ ਇੱਕ ਨੂੰ ਪ੍ਰੇਮ ਨਾਲ ਹੀ ਨਹੀਂ ਤਾੜਿਆ ਬਾਬਾ ਜੀ ਨੇ। ਕਈ ਝਗੜਾਲੂ ਸੀ, ਉਹਨਾਂ ਨੂੰ ਫਿਰ ਤਾੜਨਾ ਵੀ ਪਿਆ। ਗਰੀਬ ਨਵਾਜ ਸਾਹਿਬ ਰਾਜੇ ਲਾਜਵਰਦ ਵਰਗਿਆਂ ਨੂੰ, ਕਾਰੂ ਬਾਦਸ਼ਾਹ ਵਰਗਿਆਂ ਨੂੰ ਜਦੋਂ ਠੀਕਰੀਆਂ ਤੋੜ ਕੇ ਮਹਾਰਾਜ ਸਾਹਿਬ ਜੀ ਚੋਲੇ ਦੇ ਪੱਲੇ ਪਾਉਂਦੇ ਸੀ, ਤੇ ਕਾਰੂ ਬਾਦਸ਼ਾਹ ਆਇਆ ਤੇ ਕਹਿੰਦਾ ਫਕਰੋ ਕੀ ਕਰਦੇ ਜੇ? ਇਹ ਮਸਤਾਨਾ ਜਿਹਾ ਕੰਮ ਕਾਹਦੇ ਲਈ ਪਾ ਰਹੇ ਜੇ ਠੀਕਰੀਆਂ? ਮਹਾਰਾਜ ਕਹਿੰਦੇ ਪ੍ਰਲੋਕ ਲੈ ਕੇ ਜਾਵਾਂਗੇ ਨਾਲ। ਬਾਦਸ਼ਾਹ ਕਹਿੰਦਾ ਉੱਥੇ ਤੇ ਸਰੀਰ ਨਾਲ ਨਹੀਂ ਜਾਂਦਾ ਬਾਬਾ, ਠੀਕਰੀਆਂ ਕਿਵੇਂ ਲੈ ਜਾਵੇਗਾ?
ਤੇ ਮਹਾਰਾਜ ਕਹਿੰਦੇ ਤੈਨੂੰ ਪਤਾ ਵੀ ਨਹੀਂ ਜਾਂਦਾ ਸਰੀਰ ਨਾਲ? ਕਹਿੰਦਾ ਜੀ ਸਾਰਿਆਂ ਨੂੰ ਪਤਾ ਸਰੀਰ ਨਹੀਂ ਨਾਲ ਜਾਂਦਾ। ਤੇ ਕਹਿੰਦੇ ਫਿਰ ਮੁਰਦਿਆਂ ਦੀਆਂ ਕਬਰਾਂ ਵੀ ਪਟਾ ਪਟਾ ਕੇ 40 ਗੰਜ ਜੋੜ ਕੇ ਰੱਖੇ ਲੈ ਜਾਏਗਾ ਨਾਲ? ਪਾਪ ਕਰ ਕਰਕੇ ਜਿਹੜੀ ਮਾਇਆ ਇਕੱਠੀ ਕਰਕੇ ਤੂੰ ਰੱਖੀ ਆ ਲੈ ਜਾਵੇਂਗਾ ਨਾਲ? ਕਈਆਂ ਨੂੰ ਤਾੜਨਾ ਕਰਕੇ ਵੀ ਮਹਾਰਾਜ ਨੇ ਤਾਰਿਆ, ਕਈਆਂ ਨੂੰ ਪ੍ਰੇਮ ਨਾਲ ਸੱਜਣ ਠੱਗ। ਹੁਣ ਉਹ ਪ੍ਰੇਮ ਦੀ ਭਾਸ਼ਾ ਸਮਝਣ ਵਾਲੇ ਸੀ। ਉੱਥੇ ਮਹਾਰਾਜ ਨੇ ਆਖਿਆ ਉੱਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਤੇ ਸਿੱਧਾਂ ਦੇ ਵਿੱਚੋਂ ਵੀ ਕਈ ਬੜੇ ਜਿੱਦੀ ਸੀਗੇ, ਭੰਗਰਨਾਥ ਝੰਗਰਨਾਥ ਵਰਗੇ ਅਚਲ ਵਟਾਲੇ ਨਹੀਂ ਸੀ ਝੁਕਦੇ। ਭਾਈ ਸਾਹਿਬ ਜੀ ਦੀਆਂ ਵਾਰਾਂ 'ਚ ਵੀ ਜ਼ਿਕਰ ਆਉਂਦਾ, ਇਤਿਹਾਸ ਵਿੱਚ ਵੀ ਆਇਆ, ਉਹ ਸਿੱਧੀ ਦੇ ਬਲ ਨਾਲ ਉੱਡ ਗਿਆ ਸੀ ਤਾਂ ਨੂੰ, ਝੰਗਰਨਾਥ ਭੰਗਰਨਾਥ। ਫਿਰ ਬਾਬਾ ਜੀ ਨੇ ਖੜਾਂ ਨੂੰ ਇਸ਼ਾਰਾ ਕੀਤਾ ਵੀ ਚੱਲ ਮਗਰ, ਤੇ ਖੜਾਂ ਗਈ ਬਾਬਾ ਜੀ ਦੀ, ਤੇ ਉਹ ਭੰਗਰਨਾਥ ਦੇ ਸਿਰ ਵਿੱਚ ਵੱਜੀ। ਫਿਰ ਜੜਾਵਾਂ ਸੀ ਥਾਂ ਨੂੰ ਤੇ ਸਿਰ ਉੱਤੋਂ ਨੰਗਾ। ਜਦੋਂ ਖੜਾ ਸਿਰ ਵਿੱਚ ਵੱਜੀ, ਸਿਰ ਪੋਲਾ ਹੋਇਆ, ਤੇ ਫਿਰ ਹੇਠਾਂ ਉਤਰ ਕੇ ਆ ਕੇ ਮੱਥਾ ਟੇਕਿਆ ਸੀ ਮਹਾਰਾਜ। ਕਈ ਜਿਹੜੇ ਝਗੜਾਲੂ ਸੀ, ਬਾਦ ਝਗੜਾ ਕਰਨ ਵਾਲੇ, ਉਹਨਾਂ ਨੂੰ ਤਾੜਨਾ ਕਰਕੇ ਸਿੱਧੇ ਰਾਹ ਪਾਇਆ, ਤੇ ਫਿਰ ਮਹਾਰਾਜ ਨੇ ਉਪਦੇਸ਼ ਦੇ ਕੇ ਉਹਨਾਂ ਨੂੰ ਵੀ ਤਾਰਿਆ। ਐਸੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਇਸ ਗੁਰੂ ਨੌ ਸਾਹਿਬਾਂ ਦਾ ਮੰਗਲ। ਅੱਗੇ 9 ਗੁਰੂ ਸਾਹਿਬਾਂ ਦਾ ਇਕੱਠਾ ਹੀ ਮੰਗਲ ਕਰਦੇ ਭਾਈ ਸਾਹਿਬ ਜੀ। ਭਏ ਗੁਰੂ ਅੰਗਦ ਆਨੰਦ ਮੈਂ ਬਿਲੰਦ ਮਨ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਦੂਸਰਾ ਰੂਪ ਧਾਰਨ ਕੀਤਾ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਨੰਦਮੈ ਬਿਲੰਦ ਮਨ, ਜੋ ਮਹਾਰਾਜ ਸਾਹਿਬ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਮਹਾਨ ਹੀ ਆਨੰਦ ਹੈ, ਆਨੰਦ ਦਾ ਵਾਸਾ ਹੈ। ਸਤਿਗੁਰੂ ਅਮਰ ਸਿਮਰ ਸੁਖ ਭਾਰੇ ਹੈ। ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਯਾਦ ਕਰੀਏ ਤੇ ਉਹ ਮਨ ਦੇ ਵਿੱਚ ਵੱਡਾ ਭਾਰੀ ਆਨੰਦ ਦੇ ਦਿੰਦੇ। ਤੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਸਿਮਰੀਏ ਤੀਜੇ ਪਾਤਸ਼ਾਹ ਜੀ ਨੂੰ, ਤੇ ਭਾਰੀ ਸੁੱਖ ਦੇ ਦਿੰਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਨਾਨਕ ਸਾਹਿਬ ਜੀ ਦਾ ਤੀਜਾ ਜਾਮਾ, ਤੀਜਾ ਸਰੂਪ। ਗੋਰੇ ਅਮਰਦਾਸ ਪਰਸੀਐ ਬਹੁਮ ਪਾਤਕ ਵਿਨਾਸ਼ ਹੈ। ਗੋਰੇ ਅਮਰਦਾਸ ਪਰਸੀਐ ਸਿੱਧ ਸਾਧ ਕੇ ਆਸਾਸ ਹੈ। ਗੋਰੇ ਅਮਰਦਾਸ ਪਰਸੀਐ ਧਿਆਨ ਲਹੀਐ ਕਉ ਮੁੱਕੇ। ਗੋਰੇ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੇ। ਸਾਰੀਆਂ ਦਾਤਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਸਿਮਰਨ ਕਰਕੇ ਪ੍ਰਾਪਤ ਹੋ ਜਾਂਦੀਆਂ ਹਨ। ਗੁਰੂ ਰਾਮਦਾਸ ਆਸ ਲੀਲਾ ਕੇ ਦਾਸ ਨਿਜ। ਕਹਿੰਦੇ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਤਾਂ ਮੈਨੂੰ ਆਪਣਾ ਨਿਜ ਦਾ ਦਾਸ ਜਾਣ ਕੇ ਨਾ ਤੇ ਮੇਰੀਆਂ ਆਸਾਂ ਹੀ ਪੂਰੀਆਂ ਕਰ ਦਿੱਤੀਆਂ। ਮੇਰੀਆਂ ਆਸਾਂ ਸੀ, ਕਵੀ ਕਹਿੰਦਾ ਹੈ ਕਿ ਮਹਾਰਾਜ ਦਾ ਇਤਿਹਾਸ ਲਿਖਣ ਦੀਆਂ, ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਆਸਾਂ ਪੂਰੀਆਂ ਕਰ ਦਿੱਤੀਆਂ। ਵਿਗੜ ਵਿਸ਼ਾਲ ਗੁਰੂ ਅਰਜਨ ਨਿਵਾਰੇ ਹੈ। ਇਹ ਗੁਰੂ ਦਾ ਜਸ, ਗੁਰੂ ਦਾ ਇਤਿਹਾਸ ਲਿਖਣ ਦੇ ਵਿੱਚ ਵਿਘਨ ਵੀ ਬਹੁਤੇ ਵੱਡੇ ਸੀ, ਰੁਕਾਵਟਾਂ ਵੀ ਬੜੀਆਂ ਵੱਡੀਆਂ ਸੀ, ਕਿਉਂਕਿ ਇੰਨਾ ਇਤਿਹਾਸ ਲਿਖਣਾ, ਇੰਨਾ ਉਦਮ ਚਾਹੀਦਾ, ਇੰਨਾ ਸਮਾਂ ਚਾਹੀਦਾ, ਇੰਨੀ ਮਿਹਨਤ, ਇੰਨੀ ਮਸ਼ੱਕਤ, ਤੇ ਕਈ ਤਰ੍ਹਾਂ ਦੇ ਵਿਘਨ ਵੀ ਵਿੱਚ ਪੈਂਦੇ ਨਾ। ਕਦੀ ਸਰੀਰ ਢਿੱਲਾ ਮੱਠਾ ਹੋ ਗਿਆ, ਕਦੀ ਹੋਰ ਵਿਘਨ ਪੈ ਗਏ, ਕਈ ਤਰ੍ਹਾਂ ਦੇ ਵਿਘਨ ਹਨ। ਉਹ ਸਾਰੇ ਵਿਘਨ ਜਿਹੜੇ ਆ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਨਿਵਰਤ ਕਰ ਦਿੱਤੇ। ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਹਰਿਗੋਬਿੰਦ ਚੰਦ ਬੰਦਨੀ ਅਨੁਦ ਬੰਦ। ਤੇ ਸਤਿਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਚੰਦਰਮਾ ਦੀ ਨਿਆਈ ਪ੍ਰਕਾਸ਼ਮਈ ਸਰੂਪ ਹੈ, ਜਿਨ੍ਹਾਂ ਦਾ ਭਗਤੀ ਦੀ ਚਾਨਣੀ ਖਲੇਰਨ ਵਾਲੇ ਹਨ। ਤੇ ਉਹਨਾਂ ਸਤਿਗੁਰਾਂ ਨੂੰ ਮੈਂ ਬੰਦਨੀਏ ਨਮਸਕਾਰ ਕਰਦਾ, ਵੰਦਨਾ ਕਰਦਾ ਹਾਂ, ਜਿਨ੍ਹਾਂ ਨੇ ਦੁੰਦਵਾਦ ਮੰਦ ਕਰ ਦਿੱਤਾ। ਹਰਖ ਸੋਗ ਉਸਤਤੀ ਨਿੰਦਿਆ ਲਾਭ ਘਾਟਾ, ਇਹ ਜਿੰਨਾ ਵੀ ਦੁੰਦਵਾਦ ਹੈ ਇਹਨੂੰ ਮੱਧਮ ਕਰ ਦਿੱਤਾ, ਸਮਾਪਤ ਕਰ ਦਿੱਤਾ ਹੈ। ਗੁਰੂ ਹਰਿ ਰਾਏ ਹਰਿ ਕ੍ਰਿਸ਼ਨ ਉਤਾਰੇ ਹੈ। ਤੇ ਗੁਰੂ ਹਰਿ ਰਾਏ ਸਾਹਿਬ ਜੀ 7ਵੇਂ ਪਾਤਸ਼ਾਹ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ, ਜੋ ਸਤਿਗੁਰੂ ਵੱਡੇ ਹੀ ਉਦਾਰ ਹਨ, ਦਾਨੀ ਹਨ, ਉਦਾਰ ਚਿੱਤ ਹਨ। ਤਿੰਨਾਂ ਸਤਿਗੁਰਾਂ ਨੇ ਵੀ ਬੇਅੰਤ ਮੇਰੇ ਤੇ ਬਖਸ਼ਿਸ਼ਾਂ ਕੀਤੀਆਂ। 9ਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਪੂਜਾ। ਤੇ 9ਵੇਂ ਪਾਤਸ਼ਾਹ ਜੀ ਨੂੰ ਮੈਂ ਨਮਸਕਾਰ ਕਰਦਾ ਹਾਂ। ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਦੁਸ਼ਮਣਾਂ ਨੂੰ ਦਗਧ ਕਰ ਦੇਣ ਵਾਲੇ, ਸਾੜ ਦੇਣ ਵਾਲੇ, ਖਤਮ ਕਰ ਦੇਣ ਵਾਲੇ ਹਨ। ਪੂਰੀ ਕੀਨੀ ਚਾਹ, ਪੂਰੀ ਕੀਨ ਚਾਹ ਜੋ
सहाय होए हमारे हैं। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਮੇਰੀ ਚਾਹਨਾ ਪੂਰੀ ਕਰ ਦਿੱਤੀ ਹੈ। ਪਿੱਛੇ ਚਾਹਨਾ ਮੇਰੀ ਪੂਰੀ ਕਰ ਦਿੱਤੀ, ਇੱਛਾ ਪੂਰੀ ਕਰ ਦਿੱਤੀ ਹੈ। ਜੋ ਅਗਲਾ ਕਾਰਜ ਰਹਿੰਦਾ ਹੈ ਉਹਦੇ ਵਿੱਚ ਵੀ ਮੇਰੇ ਸਹਾਇਕ ਹੋਣਗੇ। ਦੱਸੇ ਹੀ ਸਤਿਗੁਰੂ ਜੀ। ਦੁਹਰਾ ਰਿੰਦ ਹਰਿ ਦਮ ਤਨ ਸੁਤ। ਕਹਿੰਦੇ ਹਨ ਕਿ ਬ੍ਰਿੰਦ ਅਰਿੰਦਮ, ਬ੍ਰਿੰਦ ਕਹੀਏ ਸਮੂਹ, ਅਰਿੰਦਮ ਕਹੀਏ ਅਰੀ ਵੈਰੀ ਜਿਹੜੇ ਹਨ, ਸਾਰੇ ਵੈਰੀਆਂ ਨੂੰ ਖਤਮ ਕਰਨ ਵਾਲੇ। ਕੰਦ ਸੁਖ, ਤੇ ਫਿਰ ਸੁਖ ਦੇ ਜਿਹੜੇ ਦਾਤੇ ਹਨ, ਸੁਖ ਦੇ ਬੱਦਲ ਹਨ। ਮੁਕੰਦ ਕਹੀਏ ਮੁਕਤੀ ਦਾਤੇ ਹਨ ਸਤਿਗੁਰੂ ਜੀ। ਸਮੂਹ ਵੈਰੀਆਂ ਨੂੰ ਖਤਮ ਕਰਨ ਵਾਲੇ, ਸਮੂਹ ਸੁੱਖਾਂ ਨੂੰ ਦੇਣ ਵਾਲੇ ਐਸੇ ਮੁਕਤੀ ਦਾਤੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਤੇ ਮੇਰੀ ਬੰਦਨਾ ਹੈ। ਦੋਵੇਂ ਹੱਥ ਜੋੜ ਕਰਕੇ ਮੈਂ ਹਿਰਦੇ ਦੀ ਭਾਵਨਾ ਨਾਲ ਬੰਦਨਾ ਕਰਦਾ ਦਸਾਂ ਹੀ ਗੁਰੂ ਸਾਹਿਬਾਂ ਦੇ ਮੁਕਤੀ ਦਾਤੇ ਚਰਨਾਂ ਤੇ। ਇਹ ਨਾਲੇ ਭਾਵਨਾ ਇਹ ਰੱਖਦਾ ਕਿ ਮਹਾਰਾਜ ਮੈਨੂੰ ਵੱਡਾ ਆਨੰਦ ਦਿਓ, ਕਿਉਂਕਿ ਆਨੰਦ ਸਤਿਗੁਰੂ ਜੀ ਦੇ ਪਾਸੋਂ ਹੀ ਮਿਲਦਾ ਹੈ। ਸਤਿਗੁਰੂ ਜੀ ਦੀ ਪ੍ਰਾਪਤੀ ਨਾਲ ਹੀ ਮਿਲਦਾ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਮਰੀਆਂ ਸ਼ਬਦ ਗਾਵਣੀਆਂ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਜਦੋਂ ਸਤਿਗੁਰੂ ਜੀ ਨੂੰ ਪ੍ਰਾਪਤ ਕੀਤਾ ਤਾਂ ਆਨੰਦ ਹੋਇਆ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਤਾਂ ਕਹਿੰਦੇ ਮੈਂ ਭਾਵਨਾ ਇਹ ਰੱਖਦਾ ਹਾਂ ਦੇਹੋ ਆਨੰਦ ਬਿਲੰਦ। ਮਹਾਰਾਜ ਮੈਨੂੰ ਆਪਣੀ ਪ੍ਰਾਪਤੀ ਦਾ ਪਰਮ ਆਨੰਦ, ਵੱਡਾ ਆਨੰਦ ਬਖਸ਼ੋ ਜੀ। ਪਹਿਲਾਂ ਕਹਿੰਦੇ ਹਨ ਕਿ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਹੈ, ਜਿਸ ਗ੍ਰੰਥ ਦਾ ਮੈਂ ਨਾਮ ਰੱਖਿਆ ਸ੍ਰੀ ਗੁਰੂ ਨਾਨਕ ਪ੍ਰਕਾਸ਼, ਇਹ ਸਭ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਲਿਖਿਆ, ਇਤਿਹਾਸ ਕਥਨ ਕੀਤਾ। ਉਸ ਗ੍ਰੰਥ ਦਾ ਨਾਮ ਰੱਖਿਆ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ। ਤੇ ਫਿਰ 8 ਗੁਰੂ ਸਾਹਿਬਾਂ ਦਾ ਇਤਿਹਾਸ ਦੀ ਰਚਨਾ ਕੀਤੀ। ਉਹਦੇ ਵਾਸਤੇ 12 ਰਾਸਾਂ ਰਚੀਆਂ। ਜਿਵੇਂ ਸੂਰਜ ਦੀਆਂ 12 ਰਾਸਾਂ ਹੁੰਦੀਆਂ, 12 ਮਹੀਨੇ ਹੁੰਦੇ ਇੱਕ ਸਾਲ ਦੇ ਵਿੱਚ, ਇਸ ਤਰ੍ਹਾਂ 12 ਰਾਸਾਂ ਰੱਖੀਆਂ ਇਸ ਗ੍ਰੰਥ ਦੇ ਵਿੱਚ। ਉਹਨਾਂ 12 ਰਾਸਾਂ ਦੇ ਵਿੱਚ 8 ਗੁਰੂ ਸਾਹਿਬਾਂ ਦਾ ਇਤਿਹਾਸ ਲਿਖਿਆ। ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕਰਕੇ ਤੇ 9ਵੇਂ ਪਾਤਸ਼ਾਹ ਜੀ ਤੱਕ। ਤੇ ਫਿਰ 6 ਰੁੱਤਾਂ ਵਰਣਨ ਕੀਤੀਆਂ। 6 ਰੁੱਤਾਂ ਦੇ ਵਿੱਚ 10ਵੇਂ ਗੁਰੂ ਵਿਸਾਰ ਤੇ 10ਵੇਂ ਗੁਰੂ ਬਿਲਾਸ, 10ਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਿਲਾਸ ਕੌਤਕ ਇਤਿਹਾਸ ਵਰਣਨ ਕੀਤਾ 6 ਰੁੱਤਾਂ ਦੇ ਵਿੱਚ। ਜਿਵੇਂ ਗੁਰੂ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ, ਪ੍ਰਕਾਸ਼ ਤੋਂ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ, ਸ੍ਰੀ ਪਾਉਂਟਾ ਸਾਹਿਬ ਦਾ, ਹੋਰ ਜਿੰਨਾ ਮਹਾਰਾਜ ਦਾ ਇਤਿਹਾਸ ਹੈ, ਕਵਿਤਾ ਕੀਨ ਪ੍ਰਕਾਸ਼, ਉਹ ਕਵਿਤਾ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਤਿਹਾਸ ਪ੍ਰਕਾਸ਼ਮਾਨ ਕੀਤਾ, ਰਚਨਾ ਕੀਤਾ। ਕਥਾ ਅਵਸ਼ੇਸ਼ ਕਹਿੰਦੇ ਕਿ ਹੁਣ ਜਿਹੜੀ ਸ਼ੇਸ਼ ਕਹੀਏ ਬਾਕੀ ਕਥਾ ਰਹਿੰਦੀ ਹੈ ਗੁਰੂ ਸਾਹਿਬ ਜੀ ਦੀ, ਵੀ ਇਹ ਦੀਨੇ ਪਹੁੰਚਣ ਤੀਕ ਤਾਂ ਇਤਿਹਾਸ ਮੈਂ 6 ਰੁੱਤਾਂ ਵਿੱਚ ਵਰਣਨ ਕਰ ਦਿੱਤਾ, ਜਫਰਨਾਮਾ ਉਚਾਰਨ ਤੱਕ। ਤੇ ਜਿਹੜਾ ਹੁਣ ਦੀਨੇ ਤੋਂ ਲੈ ਕਰਕੇ ਸੱਚਖੰਡ ਹਜ਼ੂਰ ਸਾਹਿਬ ਤੱਕ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸੱਚਖੰਡ ਪਿਆਨੇ ਤੱਕ ਦਾ ਇਤਿਹਾਸ ਹੈ। ਇਹ ਜੋ ਸ਼ੇਸ਼ ਬਾਕੀ ਕਥਾ ਰਹਿੰਦੀ ਹੈ, ਉਹ ਕਥਾ ਰਚਨ ਵਾਸਤੇ ਮੈਂ 2 ਐਨ ਬਣਾਵਾਂਗਾ। ਇਹ ਸਾਰਾ ਪ੍ਰਸੰਗ ਗੁਰੂ ਜੀ ਦੇ ਇਤਿਹਾਸ ਦਾ ਉਹਨਾਂ 2 ਐਨਾਂ ਦੇ ਵਿੱਚ ਵਰਣਨ ਕਰਾਂਗਾ। ਗੁਰਬਾਣੀ ਨੂੰ ਹਿਰਦੇ ਵਿੱਚ ਚਿੰਤਨ ਕਰਕੇ, ਗੁਰਬਾਣੀ ਧੁਰ ਕੀ ਬਾਣੀ ਦਾ ਜਾਪ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੈ ਕਰਕੇ, ਹਿਰਦੇ ਵਿੱਚ ਧਿਆ ਕਰਕੇ, ਜੋ 2 ਐਨ ਹਨ
ਇੱਕ ਦਖਨਾਇਣ ਤੇ ਇੱਕ ਉਤਰਾਇਣ ਹੈ। ਸੰਮਤ ਕੇ ਦੁਏ ਹੈ। ਇਹ ਇੱਕ ਸਾਲ ਦੇ ਜੋ ਦੋ ਹਿੱਸੇ, ਦੋ ਐਨ ਹਨ। ਇਹ ਤੋਂ ਸੂਰਜ ਹੋਣ ਤੇ ਜੋ ਇੱਕ ਉਧਰ ਸੂਰਜ ਦਾ ਹੀ ਰੱਥ ਅੱਗੇ ਪਿੱਛੇ ਜੋ ਹੁੰਦਾ ਹੈ। ਜਾਣਤ ਹੈ ਬੁੱਧ ਹੈ। ਕਹਿੰਦੇ ਸਿਆਣੇ ਲੋਕ ਇਸ ਗੱਲ ਨੂੰ ਜਾਣਦੇ ਆ, ਬੁੱਧੀ ਦਾ ਘਰ ਆ ਜੇ, ਬਾਕੀ ਨਹੀਂ ਜਾਣਦੇ ਹਨ। ਬਾਕੀ ਤੇ ਝਗੜਾ ਕਰਦੇ, ਉਹ ਕਹਿੰਦੇ ਵੀ ਇਹ ਤਾਂ ਬ੍ਰਾਹਮਣਾਂ ਦੀ ਗੱਲ ਆ ਗਈ ਵਿੱਚ, ਪੰਡਤਾਂ ਦੀ ਆ ਗਈ ਗੱਲ। ਤੋ ਇਸ ਕਰਕੇ ਉਹ ਭਾਈ ਸਾਹਿਬ ਕਹਿੰਦੇ ਵੀ ਇਹ ਤਾਂ ਬੁੱਧੀਵਾਨ ਲੋਕ ਜਾਣਦੇ ਆ ਵੀ ਕੀ ਹੁੰਦਾ ਹੈ, ਵੀ ਇਹ ਸੂਰਜ ਦੇ 12 ਹਿੱਸੇ ਕਿਵੇਂ ਆ, 12 ਮਹੀਨੇ ਕਿਵੇਂ ਬਣਦੇ ਆ, 15 ਤਿੱਤਾਂ ਕਿਵੇਂ ਆ, ਇਹ ਚੰਦਰਮਾ ਦੇ ਲਿਹਾਜ਼ ਨਾਲ ਬਣਦੀਆਂ। ਇਸੇ ਤਰੀਕੇ ਦੇ ਨਾਲ 6 ਰੁੱਤਾਂ ਕਿਵੇਂ ਬਣਦੀਆਂ ਸੂਰਜ ਦੇ ਨਾਲ। ਇਹ ਤਾਂ ਬੁੱਧੀਮਾਨ ਜਾਣਦੇ ਆ, ਇਹ ਕੋਈ ਬ੍ਰਾਹਮਣਾਂ ਦਾ ਨਹੀਂ। ਕੋਈ ਵੀ ਪੜ੍ਹ ਸਕਦਾ ਇਤਿਹਾਸ ਨੂੰ, ਕੋਈ ਵੀ ਪੜ੍ਹ ਸਕਦਾ ਇਸ ਗਿਆਨ ਨੂੰ, ਕੋਈ ਵੀ ਇਸ ਦਾ ਖੁਲਾਸਾ ਕਰ ਸਕਦਾ ਹੈ। ਪਰ ਇਹ ਕਰਤੇ ਦੀ ਕਿਰਤ ਹੈ ਤੇ ਕਰਤੇ ਦੀ ਕਿਰਤ ਦੇ ਵਿੱਚ ਇਹ ਸਾਰਾ ਵਰਤਾਰਾ ਵਰਤਦਾ ਪਿਆ, ਕੁਝ ਸੂਰਜ ਦੇ ਲਿਹਾਜ਼ ਨਾਲ ਤੇ ਕੋਈ ਚੰਦਰਮਾ ਦੇ ਲਿਹਾਜ਼ ਨਾਲ। ਸੂਰਜ ਇੱਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਜਪਜੀ ਸਾਹਿਬ ਵੀ ਆਖਿਆ ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੇ ਧਰਮਸਾਲ। ਇਸ ਕਰਕੇ ਵਾਰ ਜਿਹੜੇ ਆ ਕਿਸੇ ਦੇ ਬ੍ਰਾਹਮਣਾਂ ਦੇ ਨਹੀਂ। 7 ਵਾਰ ਜਿਹੜੇ ਆ, ਭਾਵੇਂ ਕੋਈ ਇਹਨਾਂ ਨੂੰ ਐਤਵਾਰ ਕਹਿ ਲਵੇ, ਭਾਵੇਂ ਰਵੀਵਾਰ ਕਹਿ ਲਵੇ, ਭਾਵੇਂ ਕੋਈ ਸੰਡੇ ਮੰਡੇ ਕਹਿ ਲਵੇ, ਪਰ ਹੈ ਤਾਂ ਸਾਂਝੇ ਹੀ ਆ ਨਾ ਸਾਰਿਆਂ ਦੇ। ਜੇ ਵਾਰ ਸਾਂਝੇ ਆ, 15 ਤਿੱਤਾਂ ਵੀ ਸਾਰਿਆਂ ਦੀਆਂ ਸਾਂਝੀਆਂ, 12 ਮਹੀਨੇ ਵੀ ਸਾਰਿਆਂ ਦੇ ਸਾਂਝੇ, ਇਸੇ ਤਰ੍ਹਾਂ ਸਾਲ ਵੀ ਸਾਂਝੇ। ਪਰ ਉਹਨੂੰ ਸਮਝਣਾ, ਉਹਦੇ ਬਾਰੇ ਜਾਣਨਾ ਹੋਰ ਗੱਲ ਹੁੰਦੀ ਹੈ ਕਿ ਕਹਿ ਦੇਣਾ ਵੀ ਨਹੀਂ ਜੀ ਇਹ ਤਾਂ ਬ੍ਰਾਹਮਣਾਂ ਨੂੰ ਹੁੰਦਾ ਹੈ, ਕੰਮ ਹੀ ਨਿਬੇੜੋ ਵੀ ਨਾ ਪੜ੍ਹਨਾ ਨਾ ਪੜ੍ਹਾਉਣਾ। ਤੇ ਇਸ ਕਰਕੇ ਭਾਈ ਸਾਹਿਬ ਕਹਿੰਦੇ ਬੁੱਧ ਐ, ਜਿਹੜੇ ਬੁੱਧੀਮਾਨ ਉਹ ਇਸ ਨੂੰ ਜਾਣਦੇ ਹਨ। ਪ੍ਰਤਾਪ ਸੂਰਜ ਕਥਿਓ। ਕਹਿੰਦੇ ਇਸ ਪ੍ਰਕਾਰ ਇਸ ਗ੍ਰੰਥ ਦਾ ਨਾਮ ਹੈ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਇਹਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤਾਪ ਦਾ ਕਥਨ ਕੀਤਾ ਹੈ। ਜੋ ਗੁਰੂ ਦਾ ਇਤਿਹਾਸ ਹੈ ਨਾ, 10 ਜਾਮਿਆਂ ਦਾ ਤੇਜ ਪ੍ਰਤਾਪ, ਕਿੱਥੇ ਕਿੱਥੇ ਪ੍ਰਕਾਸ਼ ਧਾਰ ਕੇ ਕੀ ਕੌਤਕ ਕੀਤੇ, ਕਿਵੇਂ ਉਪਦੇਸ਼ ਦਿੱਤਾ ਹੈ। ਗੁਰੂ ਸਾਹਿਬ ਜੀ ਦੇ ਪ੍ਰਤਾਪ ਦਾ ਕਥਨ ਕੀਤਾ। ਸੂਰਜ ਦਾ ਜਿਵੇਂ ਤੇਜ ਹੁੰਦਾ ਨਾ, ਇਹਦੇ ਵਿੱਚ ਗੁਰੂ ਜੀ ਦੇ ਤੇਜ ਦਾ ਕਥਨ ਕੀਤਾ, ਗੁਰੂ ਜੀ ਦੇ ਪ੍ਰਤਾਪ ਦਾ ਕਥਨ ਕੀਤਾ ਹੈ। ਗੁਰੂ ਦੇ ਪ੍ਰਤਾਪ ਦਾ ਸੂਰਜ ਗ੍ਰੰਥ ਹੈ। ਤਾਂ ਕਹਿੰਦੇ ਵੀ ਇਹ ਮੈਂ ਨਾਮ ਰੱਖ ਦਿੱਤਾ ਇਸ ਗ੍ਰੰਥ ਦਾ, ਇਹਦੇ ਵਿੱਚ ਗੁਰੂ ਜੀ ਦਾ ਪ੍ਰਤਾਪ ਹੈ। ਇਸ ਕਰਕੇ ਕਹਿੰਦੇ ਮੈਂ ਇਹਦਾ ਨਾਂ ਹੀ ਰੱਖ ਦਿੱਤਾ ਵੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਇਸ ਕਰਕੇ ਸਿੱਖ ਸੰਗਤ ਜੀ ਜਾਣ ਲਵੋ ਇਸ ਗੱਲ ਨੂੰ। ਇਸ ਤਰ੍ਹਾਂ ਕਵੀ ਨੇ ਬੇਨਤੀ ਕੀਤੀ ਆਪ ਜੀ ਦੇ ਚਰਨਾਂ ਪਾਸ, ਆਪ ਜੀ ਅੱਗੇ ਬੇਨਤੀ ਕੀਤੀ ਹੈ ਕਵੀ ਨੇ, ਭਾਵ ਭਾਈ ਸੰਤੋਖ ਸਿੰਘ ਜੀ ਬੇਨਤੀ ਕਰਦੇ ਆ ਕਿ ਇਸ ਗ੍ਰੰਥ ਦੇ ਵਿੱਚ ਮੈਂ ਗੁਰੂ ਜੀ ਦੇ ਇਤਿਹਾਸ ਦਾ, ਗੁਰੂ ਜੀ ਦੇ ਤੇਜ ਪ੍ਰਤਾਪ ਦਾ ਵਰਣਨ ਕੀਤਾ ਤੇ ਸੂਰਜ ਦੇ ਲਿਹਾਜ਼ ਦੇ ਦੁਆਰਾ ਇਹਦੀ ਰਚਨਾ ਕੀਤੀ ਹੈ। ਇਸ ਕਰਕੇ ਮੈਂ ਇਹਦਾ ਨਾਮ ਹੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਰੱਖ ਦਿੱਤਾ। ਤੋ ਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਇਹ ਮੰਗਲਾਂ ਦੀ ਵਿਚਾਰ ਸਾਧ ਸੰਗਤ ਜੀ ਅੱਜ ਹੋਈ ਹੈ। ਅੱਗੇ ਜੋ ਇਤਿਹਾਸ ਦਾ ਪ੍ਰਸੰਗ ਹੈ ਉਹ ਚੱਲੇਗਾ। ਅੱਜ ਦੇ ਦੀਵਾਨ ਵਿੱਚ ਆਪਾਂ ਮੰਗਲਾਂ ਦੀ ਹੀ ਵਿਚਾਰ ਕੀਤੀ, ਜਿਵੇਂ ਕਵੀ ਜੀ ਨੇ ਦੋਹਾਂ ਐਨਾਂ ਦਾ ਜ਼ਿਕਰ ਕੀਤਾ। ਸੋ ਦੁਸ਼ ਬੁੱਧੀ ਅਨੁਸਾਰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। हे गोविंद हे गोपाल हे दयाल लाल, प्राणनाथ अनाथ सके दीन दर्द निवार। हे समरथ अगम पूरन मोहे मैया तार। अंधकूप महाभयान नानक पार उतार। आए प्रभ शरणागति कृपा निध दयाल। एक अखर हर मन बसत नानक होत निहाल। कथा निता प्रद होत है सुन हो सिंह सुजान। नानक गुर गोविंद सिंह जी सदा करे कल्याण।
ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।